ਅੱਜ ਸਰਦਾਰ ਭਗਤ ਸਿੰਘ ਦੇ ਪਰਿਵਾਰ ਬਾਰੇ, ਉਹਨਾਂ ਦੇ ਪੁਰਖਿਆਂ ਬਾਰੇ ਤੁਹਾਨੂੰ ਬਹੁਤ ਸਾਰੀਆਂ ਅਣਸੁਣੀਆਂ ਗੱਲਾਂ ਦੱਸਣੀਆਂ, ਜਿਹੜੀਆਂ ਤੁਸੀਂ ਕਦੇ ਨਹੀਂ ਸੁਣੀਆਂ ਜਾਂ ਕਦੇ ਨਹੀਂ ਪੜ੍ਹੀਆਂ। ਪਰ ਤੁਹਾਨੂੰ ਇਹਨਾਂ ਗੱਲਾਂ ਤੋਂ ਪਤਾ ਲੱਗੂ ਕਿ ਆਪਣਾ ਸਰਦਾਰ ਖਾਨਦਾਨੀ ਸਰਦਾਰ ਸੀ। ਉਹਨੂੰ ਗੁੜਤੀ ਕਿਵੇਂ ਪੀੜ੍ਹੀ ਦਰ ਪੀੜ੍ਹੀ ਮਿਲੀ। ਮਹਾਰਾਜਾ ਰਣਜੀਤ ਸਿੰਘ ਵੇਲੇ ਤੋਂ ਉਹਨਾਂ ਦਾ ਪਰਿਵਾਰ ਦੇਸ਼ ਪ੍ਰਤੀ, ਕੌਮ ਪ੍ਰਤੀ ਬਹੁਤ ਵੱਡਾ ਵਫਾਦਾਰ ਰਿਹਾ। ਆਹ ਸਰਦਾਰ ਭਗਤ ਸਿੰਘ ਦੇ ਘਰ ਦੀਆਂ ਇੱਟਾਂ ਉਹਨਾਂ ਦੀ ਖਾਨਦਾਨੀ ਵਫਾਦਾਰੀ ਦੀਆਂ ਗਵਾਹ ਏ। ਇਹਨਾਂ ਕੰਧਾਂ ਦੇ ਵਿੱਚ ਬੈਠ ਕੇ ਕਿਤੇ ਕੌਮ ਪ੍ਰਸਤੀ ਦੀਆਂ ਸਲਾਹਾਂ ਮਸ਼ਵਰੇ ਹੁੰਦੇ ਰਹੇ ਆ। ਆਜੋ ਆਪਾਂ ਉਹਨਾਂ ਦੇ ਪਰਿਵਾਰ ਬਾਰੇ ਗੱਲਾਂ ਵੀ ਕਰਨੀਆਂ ਤੇ ਨਾਲ ਦੀ ਨਾਲ ਦੁਨੀਆ ਤੱਕ ਇਹ ਬਿਲਕੁਲ ਅਣਸੁਣੀਆਂ ਗੱਲਾਂ ਜਿਹੜੀਆਂ ਤੁਸੀਂ ਸੁਣੀਆਂ ਨਹੀਂ ਸਰਦਾਰ ਦੇ ਪਰਿਵਾਰ ਬਾਰੇ, ਇਹ ਸ਼ੇਅਰ ਵੀ ਕਰਨੀਆਂ, ਸਾਂਝੀਆਂ ਵੀ ਕਰਨੀਆਂ। ਹਾਂਜੀ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਤੁਹਾਨੂੰ ਸਰਦਾਰ ਸ਼ਹੀਦ ਭਗਤ ਸਿੰਘ ਦੇ ਘਰ ਲੈ ਕੇ ਆਏ ਹਾਂ। ਅੱਜ ਇਸ ਵਕਤ ਅਸੀਂ ਖਟਕੜ ਕਲਾਂ ਪਿੰਡ ਦੇ ਵਿੱਚ ਹਾਂ ਤੇ ਤੁਹਾਨੂੰ ਮੈਂ ਦੱਸਦੇ ਹਾਂ ਵੀ ਛੋਟੀ ਉਮਰ ਦੇ ਵਿੱਚ ਹੀ ਦੇਸ਼ ਲਈ ਬਹੁਤ ਕੁਝ ਕਰ ਗਿਆ ਸੀ ਸਰਦਾਰ ਭਗਤ ਸਿੰਘ। ਤੇ ਇਹਨਾਂ ਦਾ ਆਦਰਸ਼ ਹੁੰਦਾ ਸੀ ਸਰਦਾਰ ਕਰਤਾਰ ਸਿੰਘ ਸਰਾਭਾ, ਤੇ ਉਹ ਵੀ ਸਿਰੇ ਦਾ ਯੋਧਾ ਹੁੰਦਾ ਸੀ। ਤੇ ਸਰਦਾਰ ਕਰਤਾਰ ਸਿੰਘ ਸਰਾਭਾ, ਭਗਤ ਸਿੰਘ ਤੇ ਊਧਮ ਸਿੰਘ ਦਾ ਵੀ ਆਦਰਸ਼ ਹੁੰਦਾ ਸੀਗਾ। ਤੇ ਅੱਜ ਉਹਨਾਂ ਦੇ ਅਸੀਂ ਘਰ ਵਿੱਚ ਆਏ ਹੋਏ ਹਾਂ। ਇਹ ਉਸ ਸਮੇਂ ਦੇ ਹੀ ਬਣੇ ਹੋਏ ਚੁਬਾਰੇ ਨੇ। ਕੁਝ ਸਮੇਂ ਦੇ ਨਾਲ ਥੋੜ੍ਹੀਆਂ ਤਬਦੀਲੀਆਂ ਹੋਈਆਂ, ਸੁਧਾਰ ਕੀਤਾ ਪੁਰਾਤਨ ਵਿਭਾਗ ਨੇ, ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਪਰ ਬਹੁਤ ਖੂਬਸੂਰਤ ਘਰ ਉਵੇਂ ਹੀ ਪਿਆ ਵਾ ਖਟਕੜ ਕਲਾਂ ਦੇ ਵਿੱਚ। ਤੁਸੀਂ ਕਦੇ ਆਓ ਤਾਂ ਤੁਹਾਨੂੰ ਪ੍ਰੇਰੂਗਾ ਵੀ ਕਿਸੇ ਸਮੇਂ ਸਾਡਾ ਸੂਰਮਾ ਇਸ ਘਰ ਦੇ ਵਿੱਚ ਰਹਿੰਦਾ ਰਿਹਾ ਸੀਗਾ। ਅਤੇ ਤੁਹਾਨੂੰ ਮੈਂ ਹੋਰ ਗੱਲ ਦੱਸਦੇ ਹਾਂ। ਇੱਕ ਇਹਨਾਂ ਦੇ ਚਾਚਾ ਜੀ ਸਰਦਾਰ ਅਜੀਤ ਸਿੰਘ, ਉਹ ਦੱਸਦੇ ਵੀ ਆਪਦੀ ਜੀਵਨੀ ਦੇ ਵਿੱਚ, ਸਵੈ ਜੀਵਨੀ ਦੇ ਵਿੱਚ ਕਹਿੰਦੇ ਵੀ ਸਾਡਾ ਪਰਿਵਾਰ ਸੀਗਾ ਜਿਹੜਾ ਕਿਸੇ ਸਮੇਂ ਅੰਮ੍ਰਿਤਸਰ ਜ਼ਿਲ੍ਹੇ 'ਚ ਰਹਿੰਦਾ ਹੁੰਦਾ, ਅਤੇ ਉਹਨਾਂ ਦਾ ਇੱਕ ਪਰਿਵਾਰ 'ਚੋਂ ਨੌਜਵਾਨ ਕਹਿੰਦੇ ਹਰਿਦੁਆਰ ਆਪਦੇ ਬਜ਼ੁਰਗਾਂ ਦੇ ਫੁੱਲ ਪਾਉਣ ਚੱਲਿਆ ਸੀ। ਅੱਗੇ ਕੀ ਹੁੰਦਾ ਸੀ ਕਿ ਨਾ, ਜਿਹੜਾ ਬੰਦਾ ਫੁੱਲ ਪਾਉਣ ਜਾਂਦਾ ਸੀ ਉਹ ਰਾਹ ਦੇ ਵਿੱਚ ਹੀ ਕਿਤੇ ਨਾ ਕਿਤੇ ਆਪਦਾ ਟਿਕਾਣਾ ਲੱਭਦਾ ਹੁੰਦਾ ਸੀਗਾ, ਭਾਈ ਰਾਤ ਕੱਟ ਸਕੇ। ਉਵੇਂ ਉਹ ਪਿੰਡ 'ਚ ਚਲੇ ਗਿਆ, ਕਿਸੇ ਖਟਕੜ ਕਲਾਂ ਇਸ ਪਿੰਡ 'ਚ ਆ ਗਿਆ, ਅਤੇ ਉਹਨਾਂ ਨੇ ਘਰ ਵੱਡਾ ਤਕੜਾ ਸਰਦਾਰ ਦੇ ਘਰ ਵੱਲ ਤੋਰਤਾ, ਭਾਈ ਉਹਨਾਂ ਤੋਂ ਜਾ ਕੇ ਰਾਤ ਰਹਿ। ਕਿਉਂਕਿ ਬੰਦਾ ਵੀ ਉਹ ਚੁਣਿਆ ਜਾਂਦਾ ਸੀ ਰਾਤ, ਜਿਨ੍ਹਾਂ ਦੇ ਘਰੇ ਰਹਿ ਜਾਂਦਾ ਸੀ ਵੀ ਜਿਹੜਾ ਸੇਵਾ ਟਹਿਲ ਸੇਵਾ ਚੰਗੀ ਕਰਦਾ ਹੋਵੇ। ਜਦੋਂ ਉਹਨਾਂ ਦਾ ਪੁਰਖਾ ਇਸ ਪਿੰਡ ਦੇ ਵਿੱਚ ਆਇਆ ਤਾਂ ਜਿਹੜਾ ਸਰਦਾਰ ਸੀਗਾ, ਕੁਦਰਤੀ ਉਹਦੇ ਘਰੇ ਇੱਕ ਕੁੜੀ ਸੀ। ਉਹ ਕਹਿੰਦਾ ਉਹਨੇ ਸੇਵਾ ਵੀ ਬਹੁਤ ਕੀਤੀ, ਅਤੇ ਜਿਹੜਾ ਆਪਣਾ ਇਹਨਾਂ ਦਾ ਜਿਹੜਾ ਨੌਜਵਾਨ ਘਰੇ ਆਇਆ ਸੀ ਉਹਨੇ ਵੀ ਚੰਗੀ ਲਿਆਕਤ ਵਿਖਾਈ। ਤਾਂ ਉਹ ਸਰਦਾਰ ਨੇ ਕਿਹਾ ਵੀ ਤੂੰ ਮੁੜਦਾ ਹੋਇਆ ਵੀ ਨਾ ਛੇਤੀ ਕਿਤੇ ਆ ਜਾਈਂ, ਇੱਥੇ ਹੀ ਆਉਂਦਾ ਹੈ ਰਾਤ ਇੱਥੇ ਹੀ ਕੱਟ ਕੇ ਜਾਈਂ। ਕੁਦਰਤੀ ਨਾ ਇੱਕ ਸੰਕੇਤ ਦਿੱਤੇ ਸੀ ਉਹਨੂੰ ਵੀ ਇੱਕ ਭਾਈ ਤੂੰ ਆਉਂਦਾ ਵੀ ਸਾਡੀ ਕੁੜੀ ਨਾਲ ਵਿਆਹ ਕਰਾਈ, ਕਿਉਂਕਿ ਉਹਦੇ ਇਕੱਲੀ ਕੁੜੀ ਸੀ ਅਤੇ ਜਾਇਦਾਦ ਚੰਗੀ ਸੀ, ਵੀ ਫਿਰ ਉਦੋਂ ਬਾਅਦ ਤੂੰ ਇੱਥੇ ਹੀ ਰਹਿਣ ਲੱਗ ਜੀ। ਇਹ ਡਾਇਰੈਕਟ ਤਾਂ ਨਹੀਂ ਸੀ ਆਖਿਆ, ਇਨਡਾਇਰੈਕਟ ਆਖਤਾ ਸੀ। ਅਤੇ ਇਸੇ ਖੁਸ਼ੀ ਦੇ ਵਿੱਚ ਉਹ ਜਿਹੜਾ ਨੌਜਵਾਨ ਸੀ ਸਮੇਂ ਤੋਂ ਪਹਿਲਾਂ ਹੀ ਆ ਗਿਆ ਇੱਥੇ, ਮਤਲਬ ਰਾਤ ਇੱਥੇ ਫਿਰ ਕੱਟ ਕੇ ਗਿਆ। ਉਹਨਾਂ ਵੇਲਿਆਂ ਦੇ ਵਿੱਚ ਘਰ ਜਵਾਈ ਰੱਖਣਾ ਇੱਕ ਬਹੁਤ ਵੱਡਾ ਗੁਨਾਹ ਜਿਹਾ ਮੰਨਿਆ ਜਾਂਦਾ ਹੁੰਦਾ ਸੀਗਾ, ਇੱਜ਼ਤ ਨਹੀਂ ਸੀ ਵਧੀਆ ਹੁੰਦੀ। ਅਤੇ ਫਿਰ ਸਰਦਾਰ ਨੇ ਕਿਹਾ ਵਿਆਹ ਤਾਂ ਆਪਾਂ ਕਰ ਦਿਆਂਗੇ, ਵੀ ਤੂੰ ਸੰਸਾ ਨਾ ਕਰ, ਵੀ ਜਿਹੜੀ ਜਿੰਨੀ ਵੀ ਮੇਰੀ ਜਾਇਦਾਦ ਆ, ਹਵੇਲੀ ਆ, ਸਾਰਾ ਕੁਝ ਤੇਰੇ ਨਾਂ ਕਰ ਦਿਆਂਗੇ। ਇਸ ਤਰੀਕੇ ਨਾਲ ਸਾਰਾ ਕੁਝ ਉਹਦੇ ਨਾਂ ਕਰਤਾ ਸੀ, ਅਤੇ ਫਿਰ ਉਹ ਪਰਿਵਾਰ ਇੱਥੇ ਹੀ ਰਹਿਣ ਲੱਗ ਗਿਆ ਸੀਗਾ। ਇਹ ਸੀ ਭਗਤ ਸਿੰਘ ਦੇ ਪੁਰਖਿਆਂ ਬਾਰੇ ਸਰਦਾਰ ਅਜੀਤ ਸਿੰਘ ਨੇ ਲਿਖਿਆ। ਆ ਜਾਓ ਇਹਨਾਂ ਬਾਰੇ ਆਪਾਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਕਰਨੀਆਂ ਨੇ। ਆ ਉਹੀ ਚਵਾਰਾ, ਕਦੇ ਮਾਂ ਨੇ ਚਵਾਰੇ ਤੇ ਚੜ੍ਹਦੇ ਨੂੰ ਆਖਿਆ ਹੋਊ ਵੇ ਪੁੱਤ ਤਾਂ ਨਾ ਚੜੀ ਡਿੱਗ ਪਏਗਾ, ਦੇਖੀ ਪੁੱਤ ਇਲਤ ਨਾ ਕਰੀ। ਸ਼ਾਇਦ ਉਦੋਂ ਮਾਂ ਨੂੰ ਅੰਦਾਜ਼ਾ ਨਹੀਂ ਹੋਊਗਾ ਕਿ ਮੇਰਾ ਪੁੱਤ ਕਿੰਨਾ ਉੱਪਰ ਜਾਣ ਵਾਲਾ ਹੈ, ਦੁਨੀਆ ਦੇ, ਦੇਸ਼ ਦੇ ਨੌਜਵਾਨਾਂ ਦੇ ਸਿਖਰ 'ਤੇ ਜਾਣ ਵਾਲਾ। ਪਹਿਲਾਂ ਤੁਹਾਨੂੰ ਅੰਦਰ ਲੈ ਕੇ ਚੱਲਦੇ ਹਾਂ, ਤੁਹਾਨੂੰ ਸਰਦਾਰ ਦੇ ਪਰਿਵਾਰ ਦੇ ਭਾਂਡੇ ਦਿਖਾਉਂਦੇ ਹਾਂ, ਅਤੇ ਉਸ ਤੋਂ ਬਾਅਦ ਬਹੁਮੁੱਲ ਜਾਣਕਾਰੀ ਦਿੰਦੇ ਹਾਂ ਕਿ ਕਿਵੇਂ ਮਾਰਿਆ ਸਾਂਡਰਸ ਅਤੇ ਕਿਵੇਂ ਹੋਈਆਂ ਤਿਆਰੀਆਂ ਸਰਦਾਰ ਭਗਤ ਸਿੰਘ ਨੂੰ ਜੇਲ੍ਹ 'ਚੋਂ ਰਿਹਾ ਕਰਾਉਣ ਦੀਆਂ। ਸਾਰੀਆਂ ਗੱਲਾਂ ਪੂਰੀਆਂ ਕਰੜੀਆਂ ਹੀ ਹੋਣੀਆਂ, ਮੈਂ ਜ਼ਿਆਦਾ ਸਮਾਂ ਨਹੀਂ ਲੈਂਦਾ। ਆਜੋ ਸੁਣਦੇ ਹਾਂ ਹਰਭੇਜ ਤੋਂ। ਦਰਸ਼ਕੋ, ਸਰਦਾਰ ਭਗਤ ਸਿੰਘ ਦਾ ਜਨਮ 28 ਸਤੰਬਰ 1907 ਨੂੰ ਹੋਇਆ ਸੀ ਬੰਗੇ ਦੇ ਵਿੱਚ ਲਾਇਲਪੁਰ। ਅਤੇ ਉਦੋਂ ਬਾਅਦ ਦੇ ਵਿੱਚ ਇਹਨਾਂ ਦੇ ਪਿਤਾ ਜੀ ਦਾ ਨਾਂ ਸੀਗਾ ਕਿਸ਼ਨ ਸਿੰਘ, ਅਤੇ ਦਾਦਾ ਜੀ ਦਾ ਨਾਂ ਸੀਗਾ ਅਰਜਨ ਸਿੰਘ, ਅਤੇ ਮਾਤਾ ਦਾ ਨਾਂ ਸੀ ਵਿਦਿਆਵਤੀ। ਵਿਦਿਆਵਤੀ ਤਾਂ ਸੀਗਾ ਨਾਂ ਰੱਖਿਆ ਗਿਆ ਕਿਉਂਕਿ ਪੇਕਿਆਂ 'ਚ ਨਾਂ ਸੀਗਾ ਇੰਦਰ ਕੌਰ। ਅਤੇ ਜਦੋਂ ਇੱਥੇ ਆਪਣਾ ਭਗਤ ਸਿੰਘ ਜੀ ਹੁਣਾਂ ਦੇ ਜਦੋਂ ਮਾਂ ਬਣੀ ਤਾਂ ਉਦੋਂ ਬਾਅਦ ਦੇ ਵਿੱਚ ਇਹਨਾਂ ਨਾਂ ਜਿਹੜਾ, ਕਿਉਂਕਿ ਜਿਹੜੇ ਨੇ ਦਾਦਾ ਜੀ ਸੀ ਭਗਤ ਸਿੰਘ ਦੇ, ਉਹ ਇਸ ਦੂਜਾ ਆਪਣਾ ਆਰੀਆ ਸਮਾਜ ਨੂੰ ਥੋੜ੍ਹਾ ਜਿਹਾ ਨੇੜੇ ਮੰਨਦੇ ਸੀਗੇ। ਉਹਦੇ ਇਹਨਾਂ ਦੇ ਪ੍ਰਭਾਵ ਦੇ ਸਦਕਾ ਇਹਨਾਂ ਨੇ ਨਾਂ ਉਹਦਾ ਵਿਦਿਆਵਤੀ ਧਰਤਾ ਸੀ। ਭਗਤ ਸਿੰਘ ਹੁਣੀ 9 ਭੈਣ ਭਰਾ ਸੀਗੇ, ਜਿਨ੍ਹਾਂ ਦੇ ਵਿੱਚੋਂ ਇੱਕ ਪਹਿਲਾਂ ਸਵਰਗਵਾਸ ਹੋ ਗਿਆ ਸੀ, ਬੀਬੀ ਅਮਰ ਕੌਰ, ਜਿਨ੍ਹਾਂ 'ਚੋਂ ਬਹੁਤ ਮਸ਼ਹੂਰ ਨਾਮ ਆ, ਜਿਨ੍ਹਾਂ ਦੇ ਵਿੱਚੋਂ ਤੁਸੀਂ ਅਕਸਰ ਹੀ ਸੁਣਦੇ ਆ ਆਪਾਂ ਜਦੋਂ ਵੀ ਭਗਤ ਸਿੰਘ ਜੀ ਦੀ ਗੱਲ ਚੱਲਦੀ ਆ। ਭਗਤ ਸਿੰਘ ਛੋਟੀ ਉਮਰ ਦੇ ਵਿੱਚ ਹੀ ਮਿਹਨਤਕਸ਼ ਬੰਦਾ ਸੀਗਾ, ਕਿਉਂਕਿ ਦੁੱਧ ਢੋਣ ਦਾ ਵੀ ਕੰਮ ਕਰਦਾ ਰਿਹਾ ਸੀ, ਕਿਉਂਕਿ ਦਰਮਿਆਨੇ ਪਰਿਵਾਰ ਨੂੰ ਸੰਬੰਧ ਰੱਖਦਾ ਸੀਗਾ। ਪੱਗ ਢਿੱਲੀ ਹੋਣੀ, ਕੁੜਤਾ ਪਜਾਮਾ ਚਾਦਰਾ ਵੀ ਕਹਿੰਦੇ ਲਾ ਕੇ ਰੱਖਦਾ ਸੀਗਾ। ਅਤੇ ਦੂਜੀ ਗੱਲ ਤੁਹਾਨੂੰ ਮੈਂ ਦੱਸ ਦਿਆਂ
ਜੈਤੋ ਦੇ ਮੋਰਚੇ ਵੇਲੇ ਜਦੋਂ ਜੈਤੋ ਦਾ ਮੋਰਚਾ ਲੱਗਿਆ ਨਾ, ਉਦੋਂ ਲੰਗਰ ਪਾਣੀ ਛਕਾਉਣ ਦਾ ਕੰਮ ਵੀ ਸਰਦਾਰ ਭਗਤ ਸਿੰਘ ਜੀ ਨੇ ਕੀਤਾ ਸੀ। ਉਦੋਂ ਉਹਨਾਂ ਵੇਲਿਆਂ ਦੇ ਵਿੱਚ ਇੱਕ ਲਹਿਰ ਚੱਲੀ ਸੀ, ਗੁਰਦੁਆਰਾ ਸੁਧਾਰ ਲਹਿਰ। ਉਸ ਲਹਿਰ ਦੇ ਸਦਕਾ ਇਹ ਕਾਲੀ ਪੱਗ ਬੰਨ੍ਹ ਕੇ ਰੱਖਦੇ ਹੁੰਦੇ ਸੀ। ਉਸ ਸਮੇਂ ਸਿੱਖ ਹੀ ਨਹੀਂ, ਹਿੰਦੂਆਂ ਵਿੱਚ ਵੀ ਕਾਲੀ ਪੱਗ ਬੰਨਣ ਦਾ ਇੱਕ ਰਿਵਾਜ ਚੱਲ ਪਿਆ ਸੀਗਾ। ਕਾਰਨ ਇਹ ਸੀ ਕਿ ਉਸ ਸਮੇਂ ਮਾਹੌਲ ਹੀ ਐਸਾ ਸੀ, ਕਾਲੀ ਪੱਗ ਇੱਕ ਫੈਸ਼ਨ ਵੀ ਬਣ ਗਿਆ ਸੀਗਾ, ਕਿਉਂਕਿ ਜਿਵੇਂ ਅੰਦੋਲਨ ਹੁੰਦੇ ਆ ਤੇ ਉਹ ਲਹਿਰ ਬਣ ਜਾਂਦੀ ਆ, ਲੋਕ ਉਹਦੇ ਵਿੱਚ ਰੰਗੇ ਜਾਣਾ ਹੀ ਆਪਦੇ ਆਪ ਨੂੰ ਪਸੰਦ ਕਰਦੇ ਆ। ਦੂਜੀ ਇਹਨਾਂ ਦੇ ਪੁਰਖਿਆਂ ਬਾਰੇ ਇੱਕ ਹੋਰ ਗੱਲ ਦੱਸਦੇ ਹਾਂ। ਸਰਦਾਰ ਫਤਿਹ ਸਿੰਘ ਜੀ ਇਹਨਾਂ ਦੇ ਵਡੇਰੇ ਹੋਏ ਨੇ। ਉਹ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਵਿੱਚ ਉੱਚ ਅਹੁਦਿਆਂ 'ਤੇ ਵੀ ਰਹੇ ਸੀ, ਅਤੇ ਉਦੋਂ ਬਾਅਦ ਵਿੱਚ ਜਦੋਂ ਅੰਗਰੇਜ਼ਾਂ ਦਾ ਰਾਜ ਹੋ ਗਿਆ ਤਾਂ ਉਹਨਾਂ ਦੀ ਜਾਇਦਾਦ ਖੋਹ ਲਈ ਗਈ। ਅਤੇ ਇੱਕ ਹੁੰਦੇ ਸੀਗੇ ਸਰਦਾਰ ਸੁੰਦਰ ਸਿੰਘ ਮਜੀਠੀਆ। ਸੁੰਦਰ ਸਿੰਘ ਮਜੀਠੀਆ ਦਾ ਪਿਓ ਸੀਗਾ ਸਰਦਾਰ ਸੂਰਤ ਸਿੰਘ, ਅਤੇ ਸੂਰਤ ਸਿੰਘ ਨੇ ਫਤਿਹ ਸਿੰਘ ਨੂੰ ਆਖਿਆ ਸੀ ਕਿ ਤੂੰ 1857 ਦੇ ਅੰਦੋਲਨ ਦੇ ਵਿੱਚ, ਵਿਦਰੋਹ ਦੇ ਵਿੱਚ ਅੰਗਰੇਜ਼ਾਂ ਦਾ ਸਾਥ ਦੇ, ਭਾਰਤੀਆਂ ਦਾ ਸਾਥ ਨਾ ਦੇ, ਵੀ ਅਸੀਂ ਤੇਰੀ ਸਾਰੀ ਜਾਇਦਾਦ ਵਾਪਸ ਕਰਾ ਦਿਆਂਗੇ। ਪਰ ਫਤਿਹ ਸਿੰਘ ਨੇ ਉਸ ਸਮੇਂ ਕੌੜਾ ਜਵਾਬ ਦਿੱਤਾ ਸੀ, ਸਖਤ ਜਵਾਬ ਦਿੱਤਾ ਸੀ ਕਿ ਮੈਨੂੰ ਇਹੋ ਜਿਹੀ ਜਗੀਰ ਨਹੀਂ ਚਾਹੀਦੀ ਕਿ ਜਿਹੜਾ ਆਪਦੇ ਭਾਰਤੀਆਂ ਦੇ ਖਿਲਾਫ ਹੀ ਮੈਨੂੰ ਲੜਨਾ ਪਵੇ। ਮਤਲਬ ਉਹਨਾਂ ਨੇ ਅੰਗਰੇਜ਼ਾਂ ਦਾ ਸਾਥ ਦੇਣ ਦਾ ਵਿਰੋਧ ਕਰਤਾ ਸੀਗਾ, ਭਾਵੇਂ ਜਾਇਦਾਦ ਮਿਲੇ ਜਾਂ ਨਾ ਮਿਲੇ। ਮਤਲਬ ਇਹ ਗੱਲਾਂ ਜਿਹੜੀਆਂ ਖੂਨ ਦੇ ਵਿੱਚ ਹੀ ਤੁਰੀਆਂ ਆਉਂਦੀਆਂ ਸੀ, ਜਿਹੜੇ ਗੁਣ ਗਾਂਹ ਜਾ ਕੇ ਉਹਨਾਂ ਦੇ ਦਾਦੇ ਜੀ ਵਿੱਚ ਆਏ, ਕਿਉਂਕਿ ਦਾਦਾ ਵੀ ਕਿਤੇ ਨਾ ਕਿਤੇ ਭਾਰਤੀ ਜਿਹੜੀਆਂ ਲਹਿਰਾਂ ਸੀ ਉਹਨਾਂ 'ਚ ਕਿਤੇ ਨਾ ਕਿਤੇ ਸੰਬੰਧ ਰੱਖਦਾ ਸੀ। ਉਦੋਂ ਬਾਅਦ 'ਚ ਉਹਨਾਂ ਦੇ ਪੁੱਤਰ ਸਰਦਾਰ ਕਿਸ਼ਨ ਸਿੰਘ, ਉਹ ਵੀ ਉਸ ਚੀਜ਼ ਨੂੰ ਸੰਬੰਧ ਰੱਖਦੇ ਸੀ। ਉਸ ਤੋਂ ਬਾਅਦ ਭਗਤ ਸਿੰਘ, ਜਿਨ੍ਹਾਂ ਨੂੰ ਤਾਂ ਸਾਰੇ ਜਾਣਦੇ ਆ ਵੀ ਕਿਸ ਤਰੀਕੇ ਨਾਲ ਬਗਾਵਤ ਕੀਤੀ, ਕਿਸ ਤਰੀਕੇ ਨਾਲ ਬਦਲੇ ਲਏ। ਅੱਜ ਆਪਾਂ ਸਾਰੀਆਂ ਗੱਲਾਂ ਬਾਤਾਂ ਕਰਾਂਗੇ। ਦਰਸ਼ਕੋ, ਤੁਹਾਨੂੰ ਮੈਂ ਦੱਸਦੇ ਹਾਂ ਵੀ ਜਦੋਂ ਭਗਤ ਸਿੰਘ ਜੀ ਦਾ ਜਨਮ ਹੋਇਆ, ਉਦੋਂ ਇਹਨਾਂ ਦੇ ਪਿਤਾ ਜੀ ਤੇ ਦੋ ਚਾਚੇ ਜੇਲ੍ਹ ਦੇ ਵਿੱਚੋਂ ਰਿਹਾ ਹੋ ਕੇ ਆਏ ਸੀ, ਜਿਨ੍ਹਾਂ 'ਚ ਚਾਚਾ ਅਜੀਤ ਸਿੰਘ, ਬਹੁਤ ਮਸ਼ਹੂਰ ਨਾਂ ਸੁਣਿਆ ਤੁਸੀਂ, ਪਗੜੀ ਸੰਭਾਲ ਜੱਟਾ ਨਾਲ ਸੰਬੰਧ, ਲਹਿਰ ਨਾਲ ਸੰਬੰਧ ਸੀ। ਉਹ ਦੋ ਚਾਚੇ ਤੇ ਇੱਕ ਪਿਓ ਜਦੋਂ ਰਿਹਾ ਹੋਏ ਤਾਂ ਉਦੋਂ ਹੀ ਭਗਤ ਸਿੰਘ ਦਾ ਜਨਮ ਹੋਇਆ ਸੀ। ਇਸੇ ਤਹਿਤ ਹੀ ਉਦੋਂ ਫਿਰ ਭਾਗਾਂ ਵਾਲਾ ਕਿਹਾ ਗਿਆ ਵੀ ਸਾਡੇ ਘਰੇ ਭਾਗਾਂ ਵਾਲਾ ਮੁੰਡਾ ਜਨਮਿਆ, ਅਤੇ ਇਸੇ ਕਰਕੇ ਨਾਂ ਇਹਨਾਂ ਦਾ ਭਗਤ ਸਿੰਘ ਨਾਂ ਪੈ ਗਿਆ ਸੀ। ਅਤੇ ਦੂਜੀ ਗੱਲ ਹੋਰ ਦੱਸਦੇ ਵੀ ਜਦੋਂ 1919 ਦੇ ਵਿੱਚ ਜਲ੍ਹਿਆਂਵਾਲੇ ਬਾਗ 'ਚ ਹੱਤਿਆਕਾਂਡ ਹੋਇਆ, ਜਰਨਲ ਡਾਇਰ ਉਹਨਾਂ ਨੇ ਗੋਲੀ ਚਲਾਈ, ਤਾਂ ਇਹਦਾ ਭਗਤ ਸਿੰਘ 'ਤੇ ਇੰਨਾ ਪ੍ਰਭਾਵ ਪਿਆ ਕਿ ਸਿੱਧਾ ਮਤਲਬ ਅੰਮ੍ਰਿਤਸਰ ਚਲੇ ਗਿਆ ਸੀਗਾ। ਨਿੱਕਾ ਬੱਚਾ ਸੀ, ਤਕਰੀਬਨ 12 ਸਾਲ ਦੀ ਉਮਰ ਹੋਣੀ ਆ, ਅਤੇ ਥੋੜ੍ਹੀ ਕੋਈ ਉਮਰ ਸੀਗੀ, ਅਤੇ ਉਦੋਂ ਇੱਥੇ ਆ ਗਿਆ। ਅਤੇ ਜਦੋਂ ਇੱਥੇ ਆਇਆ ਤਾਂ ਉਦੋਂ ਬਾਅਦ ਦੇ ਵਿੱਚ ਕਿਹਾ ਜਾਂਦਾ ਵੀ ਉਹਨੇ ਦੇਖਿਆ ਵੀ ਚਾਰੇ ਪਾਸੇ ਖੂਨ ਨਾਲ ਭਿੱਜੀ ਹੋਈ ਮਿੱਟੀ ਸੀ, ਤਾਂ ਉਹਨੇ ਕੀ ਕੀਤਾ ਕਿ ਇੱਕ ਸਿੱਪੀ ਲੈ ਕੇ ਕੋਈ ਸਾਧਨ ਲੈ ਕੇ, ਖਿਪਰੀ ਲੈ ਕੇ ਉਹਦੇ ਨਾਲ ਮਿੱਟੀ ਖਰੋਚੀ, ਅਤੇ ਖੂਨ ਨਾਲ ਲਿਬੜੀ ਹੋਈ ਮਿੱਟੀ ਆਪਦੀ ਜੇਬ ਦੇ ਵਿੱਚੋਂ ਕੱਢ ਕੇ ਸ਼ੀਸ਼ੀ 'ਚ ਪਾ ਲਈ ਸੀਗੀ। ਅਤੇ ਉਦੋਂ ਬਾਅਦ ਦੇ ਵਿੱਚ ਉਹਦਾ ਜਿਹੜਾ ਭਗਤ ਸਿੰਘ ਬਦਲ ਗਿਆ ਸੀਗਾ। ਤਕਰੀਬਨ 12 ਸਾਲਾਂ ਦੇ ਭਗਤ ਸਿੰਘ ਨੇ ਆਉਣ ਵਾਲੇ 12 ਸਾਲ ਆਪਦੇ ਦੇਸ਼ ਦੇ ਲੇਖੇ ਲਾਤੇ ਸੀ ਆਜ਼ਾਦੀ ਦੇ, ਵੀ ਮੈਂ ਇਹਨਾਂ ਤੋਂ ਬਦਲਾ ਲਊਂਗਾ। ਕਾਰਨ ਇਹ ਸੀ ਕਿ ਚਾਚੇ ਨੇ ਵੀ ਬਹੁਤ ਦੁੱਖ ਸਹੇ ਸੀ, ਉਹਨਾਂ ਦੀ ਬਦੌਲਤ ਉਹਨਾਂ ਦੀਆਂ ਚਾਚੀਆਂ ਨੇ ਵੀ ਬਹੁਤ ਦੁੱਖ ਸਹੇ ਸੀ। ਉਹ ਗੱਲਾਂ ਕਿਤੇ ਨਾ ਕਿਤੇ ਰੜਕਦੀਆਂ ਸੀ, ਮੈਂ ਅੰਗਰੇਜ਼ਾਂ ਤੋਂ ਬਦਲੇ ਲਵਾਂ। ਕਿਉਂਕਿ ਜਦੋਂ ਭਗਤ ਸਿੰਘ ਨਿੱਕਾ ਹੁੰਦਾ ਸੀ ਤਾਂ ਉਦੋਂ ਕਹਿੰਦੇ ਵੀ ਉਹ ਡੱਕੇ ਗੱਡਦਾ ਹੁੰਦਾ ਸੀ ਜ਼ਮੀਨ ਦੇ ਵਿੱਚ। ਡੱਕੇ ਗੱਡਣੇ ਤਾਂ ਕਿਸੇ ਬਾਬੇ ਨੇ ਪੁੱਛਿਆ, ਕਾਕਾ ਆ ਕੀ ਕਰੀ ਜਾਂਦਾ? ਉਹ ਕਹਿੰਦਾ ਮੈਂ ਤੋਤਲੀ ਆਵਾਜ਼ 'ਚ ਜਵਾਬ ਦਿੱਤਾ ਵੀ ਮੈਂ ਡਮੂਖਾਂ ਗੱਡਦਾ, ਮਤਲਬ ਮੈਂ ਬੰਦੂਖਾਂ ਗੱਡ ਰਿਹਾ ਵੀ ਇਹਨਾਂ ਦੇ ਨਾਲ ਹੀ ਮੈਂ ਬਦਲਾ ਅੰਗਰੇਜ਼ਾਂ ਤੋਂ ਲਊਂਗਾ। ਇਸ ਕਿਸਮ ਦੀ ਅਣਖ ਰੱਖਦਾ ਸੀ ਨਿੱਕਾ ਹੁੰਦਾ, ਕਿਉਂਕਿ ਘਰ ਦੇ ਵਿੱਚ ਵੀ ਮਾਹੌਲ ਜੁਝਾਰੂ ਵਾਲਾ ਸੀ, ਕਿਸੇ ਕਿਸਮ ਦੀ ਕੋਈ ਕਮੀ ਨਹੀਂ ਸੀ, ਤਾਂ ਲਿਟਰੇਚਰ ਵੀ ਉਹੋ ਜਿਹਾ ਮਿਲਦਾ ਸੀਗਾ। ਅਤੇ ਦੂਜਾ ਜਿਹਦਾ ਆਦਰਸ਼ੀ ਸਰਦਾਰ ਕਰਤਾਰ ਸਿੰਘ ਸਰਾਭਾ ਹੋਵੇ ਕਰ ਸਕਦਾ, ਉਹ 'ਚ ਤਾਂ ਫਿਰ ਜ਼ਮੀਰ ਜਾਗਣੀ ਹੀ ਸੀ। ਦਰਸ਼ਕੋ, ਭਗਤ ਸਿੰਘ ਪੜ੍ਹਾਈ ਦੇ ਵਿੱਚ ਹੁਸ਼ਿਆਰ ਸੀ। ਇਤਿਹਾਸ ਅਤੇ ਰਾਜਨੀਤੀ ਉਹਦੇ ਮਨ ਭਾਉਂਦੇ ਵਿਸ਼ੇ ਹੁੰਦੇ ਸੀਗੇ, ਅਤੇ ਅੰਗਰੇਜ਼ੀ ਦੇ ਵਿੱਚ ਸ਼ੁਰੂਆਤੀ ਦੌਰ ਦੇ ਵਿੱਚ ਉਹ ਥੋੜ੍ਹਾ ਜਿਹਾ ਮਾੜਾ ਹੀ ਸੀਗਾ। ਮਤਲਬ ਲੋਕ ਉਹਦਾ ਮਜ਼ਾਕ ਵੀ ਉਡਾ ਦਿੰਦੇ ਸੀ, ਪਰ ਬੋਲ ਦਿੰਦਾ ਸੀ ਜਿਵੇਂ ਵੀ ਆਉਂਦੀ ਸੀ। ਪਰ ਉਦੋਂ ਬਾਅਦ 'ਚ ਅੰਗਰੇਜ਼ੀ ਦੇ ਵਿੱਚ ਸਖਤ ਮਿਹਨਤ ਮਹਾਰਤ ਉਹਨੇ ਹਾਸਲ ਕਰ ਲਈ, ਸਖਤ ਮਿਹਨਤ ਕਰਕੇ ਮਹਾਰਤ ਹਾਸਲ ਕਰ ਲਈ ਸੀ। ਕਿਉਂਕਿ ਜਿਹੜੇ ਬੰਬ ਅਸੈਂਬਲੀ 'ਚ ਬੰਬ ਸੱਟਿਆ ਸੀ, ਉਹ ਜਿਹੜੇ ਪੱਤਰ ਕਾਗਜ਼ ਲਿਖੇ ਗਏ ਸੀ ਅੰਗਰੇਜ਼ੀ ਜ਼ੁਬਾਨ ਦੇ ਵਿੱਚ, ਉਹ ਸਾਰੇ ਸਰਦਾਰ ਭਗਤ ਸਿੰਘ ਨੇ ਲਿਖੇ ਸੀ। ਅਤੇ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਦੇ ਹਾਂ ਵੀ ਭਗਤ ਸਿੰਘ ਦੇ ਪਹਿਲੀ ਵਾਰੀ ਵਾਰੰਟ ਜੈਤੋ ਦੇ ਮੋਰਚੇ ਵੇਲੇ ਨਿਕਲੇ ਸੀਗੇ, ਜੋ ਅੰਗਰੇਜ਼ਾਂ ਨੇ ਉਸ ਸਮੇਂ ਕੱਢੇ ਸੀ, ਸਖਤੀ ਨਾਲ ਨਜਿੱਠਿਆ ਗਿਆ ਸੀ। ਇੱਕ ਨਾ 1930 ਦੇ ਵਿੱਚ ਇੱਕ ਟ੍ਰਿਬਿਊਨਲ ਦੀ ਰਿਪੋਰਟ ਦੇ ਅਨੁਸਾਰ ਕਹਿੰਦੇ ਵੀ ਭਗਤ ਸਿੰਘ ਨੂੰ ਸਰਬ ਵਿਆਪਕ ਮੰਨਿਆ ਗਿਆ ਸੀਗਾ, ਵੀ ਜਿੱਥੇ ਵੀ ਕੋਈ ਘਟਨਾ ਵਾਪਰਦੀ ਆ ਉੱਥੇ ਹੀ ਇਹ ਹਾਜ਼ਰ ਹੁੰਦਾ। ਮਤਲਬ ਐਡਾ ਖਤਰਨਾਕ ਐਲਾਨਿਆ ਹੋਇਆ ਸੀਗਾ ਭਗਤ ਸਿੰਘ ਨੂੰ। ਇਸ ਤੋਂ ਪਹਿਲਾਂ ਕਹਿ ਸਕਦੇ ਹਾਂ ਕਿ ਸਮੇਂ ਦਾ ਹਿਸਾਬ ਲਾ ਲਓ ਵੀ 1915-16 ਦੇ ਵਿੱਚ ਇਹੀ ਮਤਲਬ ਸੇਮ ਹਦਾਇਤਾਂ ਸਰਦਾਰ ਕਰਤਾਰ ਸਿੰਘ ਸਰਾਭੇ 'ਤੇ ਵੀ ਲਾਗੂ ਕੀਤੀਆਂ ਸੀ, ਵੀ ਇਹ ਵੀ ਸਰਬ ਵਿਆਪਕ ਹੀ ਆ, ਵੀ ਜਿੱਥੇ ਹੁੰਦਾ ਘਟਨਾ ਵਾਪਰਤੀ ਆ ਵੀ ਇਹ ਹੁੰਦਾ ਹੀ ਹੁੰਦਾ ਵਾ। ਮਤਲਬ ਅੰਗਰੇਜ਼ਾਂ ਦੇ ਵਿੱਚ ਇਹਨਾਂ ਦਾ ਖੌਫ ਸੀਗਾ, ਅਤੇ ਦੋਨਾਂ ਦੀਆਂ ਆਦਤਾਂ ਵੀ ਕਿਤੇ ਨਾ ਕਿਤੇ ਮਿਲਦੀਆਂ ਜੁਲਦੀਆਂ ਹੀ ਸੀ। ਅਤੇ ਦੂਜੀ ਗੱਲ ਦੱਸਦੇ ਵੀ ਅੰਗਰੇਜ਼ਾਂ ਦਾ ਵਿਹਾਰ ਭਾਰਤੀਆਂ ਨਾਲ ਬਹੁਤ ਮਾੜਾ ਸੀ, ਕਿਉਂਕਿ ਅੰਗਰੇਜ਼ਾਂ ਦੇ ਜ਼ਿਆਦਾਤਰ ਮੁੱਖ ਅੱਡੇ ਮਨਸੂਰੀ ਹੋ ਗਿਆ, ਸ਼ਿਮਲੇ ਹੋ ਗਿਆ, ਲਾਹੌਰ,
ਇਹ ਜਿਹੀਆਂ ਥਾਵਾਂ ਤੇ ਵੱਡੇ ਥਾਵਾਂ ਤੇ ਹੁੰਦੀਆਂ ਸੀਗੀਆਂ, ਵਧੀਆ ਥਾਵਾਂ ਤੇ, ਉੱਥੇ ਕੋਈ ਬੰਦਾ ਭਾਵੇਂ ਮੀਂਹ ਪੈਂਦਾ ਭਾਵੇਂ ਧੁੱਪ ਪੈਂਦੀ ਆ, ਉੱਥੇ ਕੋਈ ਵੀ ਅੰਗਰੇਜ਼ਾਂ ਦੇ ਅੱਗੇ ਦੀ ਛਤਰੀ ਲੈ ਕੇ ਨਹੀਂ ਸੀ ਲੰਘ ਸਕਦਾ ਹੁੰਦਾ। ਜੇ ਕੋਈ ਛਤਰੀ ਲੈ ਕੇ ਲੰਘ ਜੇ ਤਾਂ ਉਹ ਬਹੁਤ ਸਖਤ ਸਜ਼ਾ ਦਿੰਦੇ ਹੁੰਦੇ ਸੀਗੇ। ਕਾਰਨ ਇਹ ਸੀ ਕਿ ਉਹ ਆਪਦੀ ਬੇਇੱਜ਼ਤੀ ਸਮਝਦੇ ਸੀ। ਅੰਗਰੇਜ਼ੀ ਅਹੁਦੇ ਤੇ ਬੈਠਾ ਹੋਇਆ ਕੋਈ ਵੀ ਛੋਟੇ ਤੋਂ ਛੋਟਾ ਬੰਦਾ ਆਪਦੇ ਆਪ ਨੂੰ ਰੱਬ ਹੀ ਸਮਝਦਾ ਸੀ ਵੀ ਮੈਥੋਂ ਉੱਤੇ ਕੋਈ ਨਹੀਂ। ਉਹ ਸਾਰੇ ਭਾਰਤੀਆਂ ਨੂੰ ਕੀੜੇ ਮਕੌੜੇ ਹੀ ਸਮਝਦੇ ਹੁੰਦੇ ਸੀਗੇ। ਇਹੀ ਗੱਲਾਂ ਕਿਤੇ ਨਾ ਕਿਤੇ ਭਗਤ ਸਿੰਘ ਨੂੰ ਰੜਕਦੀਆਂ ਹੁੰਦੀਆਂ ਸੀ ਵੀ ਮੈਂ ਇਹਨਾਂ ਨਾਲ ਹਿਸਾਬ ਕਿਤਾਬ ਕਰਾਂ ਜਦੋਂ ਵੀ ਕਿਤੇ ਮੌਕਾ ਮਿਲੇ। ਭਗਤ ਸਿੰਘ ਦੀ ਦੂਜੀ ਗੱਲ ਹੋਰ ਦੱਸਦੇ ਆ ਵੀ ਇਹਦੇ ਕੋਲ ਲੰਬਾ ਕੋਟ ਹੁੰਦਾ ਸੀਗਾ, ਉਹਦੇ ਵਿੱਚ ਕੋਈ ਨਾ ਕੋਈ ਕਿਤਾਬ ਅੜਾ ਕੇ ਤੇ ਫਸਾ ਕੇ ਰੱਖਦਾ ਹੁੰਦਾ ਸੀਗਾ। ਮਤਲਬ ਵੀ ਪੜ੍ਹਨ ਦਾ ਇੰਨਾ ਸ਼ੌਕੀਨ ਸੀ। ਉਹਨੇ ਭਾਰਤੀ ਸਾਹਿਤ ਦੇ ਨਾਲ ਨਾਲ ਵਿਦੇਸ਼ੀ ਸਾਹਿਤ ਵੀ ਪੜ੍ਹਿਆ, ਜਿਹਦੇ ਨਾਲ ਉਹਦੇ ਵਿੱਚ ਹੋਰ ਵੀ ਚੇਤਨਾ ਆਈ। ਨਹੀਂ ਤਾਂ ਛੋਟੀ ਉਮਰ ਦੇ ਵਿੱਚ ਕਿ ਇੰਨਾ ਜਾਗਰੂਕ ਹੋ ਜਾਣਾ ਇਹ ਵੀ ਇੱਕ ਆਮ ਗੱਲ ਨਹੀਂ ਲੱਗਦੀ, ਕਿਉਂਕਿ ਜਦੋਂ ਭਗਤ ਸਿੰਘ ਜੇਲ੍ਹ ਦੇ ਵਿੱਚ ਵੀ ਸੀ ਤਾਂ ਉੱਥੇ ਵੀ ਉਹ ਕਿਤਾਬਾਂ ਪੜ੍ਹਦਾ ਹੁੰਦਾ ਸੀ। ਆਖਰੀ ਸਾਹ ਤੱਕ ਉਹਨੇ ਕਿਤਾਬਾਂ ਪੜ੍ਹੀਆਂ। ਕਿਹਾ ਜਾਂਦਾ ਵੀ ਜੇਲ੍ਹ ਦੇ ਵਾਰਡਨ ਨੂੰ ਵੀ ਕਹਿਤਾ ਸੀਗਾ ਵੀ ਭਾਈ ਮੈਨੂੰ ਕਿਤਾਬਾਂ ਲਿਆ ਦਿਆ ਕਰ, ਤਾਂ ਉਹਨੇ ਆਖਿਆ ਵੀ ਤੈਨੂੰ ਕੱਲ੍ਹ ਨੂੰ ਤਾਂ ਫਾਂਸੀ ਮਿਲ ਜਾਣੀ, ਤੂੰ ਕਿਤਾਬਾਂ ਕੀ ਕਰਨੀਆਂ। ਉਹ ਕਹਿੰਦਾ ਮੈਂ ਮੌਤ ਦੇ ਆਖਰੀ ਸਾਹ ਤੱਕ ਕੁਝ ਨਾ ਕੁਝ ਸਿੱਖਦੇ ਜਾਣਾ ਚਾਹੁੰਦਾ ਵਾਂ। ਦਰਸ਼ਕੋ ਨਾ ਇਦੋਂ ਬਾਅਦ ਦੇ ਵਿੱਚ ਭਗਤ ਸਿੰਘ ਦੇ ਵਿਆਹ ਦੀਆਂ ਘਰੇ ਵੀ ਗੱਲਾਂ ਚੱਲਦੀਆਂ ਹੁੰਦੀਆਂ ਸੀ ਵੀ ਤੇਰਾ ਵਿਆਹ ਕਰ ਦਈਏ। ਤੇ ਭਗਤ ਸਿੰਘ ਆਨੇ ਬਹਾਨੇ ਲਾਉਂਦਾ ਹੁੰਦਾ ਸੀ ਵੀ ਉਹ ਦਾਜ ਦੇ ਵਿੱਚ ਹਾਥੀ ਦੇਣਗੇ ਤੇ ਆਪਾਂ ਹਾਥੀ ਨੂੰ ਪੱਠੇ ਕਿਵੇਂ ਪਾਵਾਂਗੇ, ਇਹੋ ਜਿਹੀਆਂ ਗੱਲਾਂ ਕਰਕੇ ਨਾ ਟਾਲ ਟੂਲ ਦਿੰਦਾ ਹੁੰਦਾ ਸੀਗਾ ਭਗਤ ਸਿੰਘ। ਪਰ ਉਦੋਂ ਬਾਅਦ ਦੇ ਵਿੱਚ ਭਗਤ ਸਿੰਘ ਘਰ ਤੋਂ ਫਰਾਰ ਹੋ ਗਿਆ ਸੀਗਾ। ਭਗਤ ਸਿੰਘ ਦਿੱਲੀ, ਆਗਰਾ, ਕਾਨਪੁਰ ਇਹਨਾਂ ਥਾਵਾਂ ਤੇ ਆਮ ਹੀ ਘੁੰਮਦਾ ਫਿਰਦਾ ਹੁੰਦਾ ਸੀ। ਤੇ ਅੱਡ ਜਿਹੜੇ ਕ੍ਰਾਂਤੀਕਾਰੀ ਭਾਰਤ 'ਚ ਫੈਲੇ ਹੋਏ ਸੀਗੇ ਉਹਨਾਂ ਨੂੰ ਸਾਰਿਆਂ ਨੂੰ ਇੱਕ ਸੂਤਰ 'ਚ ਬੰਨ੍ਹਣਾ ਚਾਹੁੰਦਾ ਸੀ ਵੀ ਆਪਾਂ ਇਕੱਠੇ ਹੋ ਕੇ ਦੇਸ਼ ਦੇ ਵਿੱਚ ਅੰਗਰੇਜ਼ਾਂ ਦੇ ਖਿਲਾਫ ਲੜੀਏ। ਇਸ ਕਿਸਮ ਦਾ ਮਾਹੌਲ ਬਣਾਉਂਦਾ ਫਿਰਦਾ ਸੀ। ਬਹੁਤ ਵਾਰੀ ਤੁਸੀਂ ਨਾ ਇੱਕ ਦਿੱਲੀ 'ਚ ਸੁਣਿਆ ਹੋਊਗਾ ਕੋਟਲਾ ਫਿਰੋਜ਼ ਸ਼ਾਹ, ਉਹਨਾਂ ਖੰਡਰਾਂ ਦੇ ਵਿੱਚ ਵੀ ਇਹ ਕ੍ਰਾਂਤੀਕਾਰੀ ਮੀਟਿੰਗਾਂ ਕਰਦੇ ਹੁੰਦੇ ਸੀ ਤੇ ਬੰਬ ਬਣਾਉਣ ਦੇ ਤਰੀਕਿਆਂ ਨੂੰ ਸਿੱਖਦੇ ਹੁੰਦੇ ਸੀ ਤੇ ਸਾਂਝਾ ਕਰਦੇ ਹੁੰਦੇ ਸੀ। ਸੋ ਮੈਂ ਦੱਸਦੇ ਵੀ ਇੱਥੇ ਭਾਂਤ ਦੇ ਕ੍ਰਾਂਤੀਕਾਰੀ ਦੂਰੋਂ ਆਉਂਦੇ ਸੀ, ਬੰਗਾਲ ਤੋਂ ਵੀ ਸੀ, ਕੋਈ ਯੂਪੀ ਤੋਂ, ਕਾਨਪੁਰ ਤੋਂ, ਅਲੱਗ-ਅਲੱਗ ਥਾਵਾਂ ਤੋਂ ਹੁੰਦੇ ਸੀਗੇ। ਇਸ ਤਰੀਕੇ ਨਾਲ ਭਗਤ ਸਿੰਘ ਸਾਰਿਆਂ ਥਾਵਾਂ 'ਤੇ ਹੀ ਭੱਜਿਆ ਫਿਰਦਾ ਸੀ। ਕੱਪੜੇ ਕਈ ਵਾਰੀ ਪਾੜ ਜਾਂਦੇ ਸੀ, ਧੋਣੇ ਅਣਧੋਤੇ ਕੱਪੜੇ ਪਾ ਕੇ ਉਵੇਂ ਸੂਰਮਾ ਮਤਲਬ ਇਹੋ ਜਿਹੀਆਂ ਗਤੀਆਂ ਵਿਧੀਆਂ ਕਰਦਾ ਹੁੰਦਾ ਸੀਗਾ। ਦੂਜੀ ਗੱਲ ਦੱਸੇ ਵੀ ਸਾਡਰਸ ਦਾ ਕਤਲ, ਇਹ ਵੀ ਇੱਕ ਬਹੁਤ ਵੱਡੀ ਗੱਲ ਆ। ਬਹੁਤ ਵਾਰ ਲੋਕ ਆਖ ਦਿੰਦੇ ਵੀ ਉਹਨਾਂ ਨੇ ਮਾਰਨਾ ਸਕਾਟ ਸੀਗਾ ਤੇ ਸਾਡਰਸ ਮਾਰਤਾ। ਇਹ ਭੁਲੇਖੇ ਵਾਲੀ ਦਰਸ਼ਕੋ ਕੋਈ ਗੱਲ ਨਹੀਂ ਸੀ, ਕਿਉਂਕਿ ਜਿਹੜਾ ਸਕਾਟ ਸੀ ਉਹ ਆਪਦੀ ਨੀਲੀ ਕਾਰ ਤੇ ਆਉਂਦਾ ਹੁੰਦਾ ਸੀ, ਜਿਹੜਾ ਸਾਡਰਸ ਸੀ ਇਹ ਆਪਦੇ ਮੋਟਰਸਾਈਕਲ ਤੇ ਆਉਂਦਾ ਹੁੰਦਾ ਸੀਗਾ। ਇਹ ਜਾਣੀ ਕਿ ਪੂਰਨ ਤੌਰ ਤੇ ਸਪਸ਼ਟ ਸੀ। ਪਰ ਜਿਹੜਾ ਜੈਗਪਾਲ ਸੀ ਉਹਨੇ ਕਦੇ ਨਾ ਸਾਡਰਸ ਵੇਖਿਆ ਸੀ ਨਾ ਸਕਾਟ ਵੇਖਿਆ ਸੀ, ਇਸ ਕਰਕੇ ਉਹਨੂੰ ਭੁਲੇਖਾ ਪੈ ਗਿਆ ਕਰਕੇ ਕੁਝ ਗੱਲਾਂ ਇਹੋ ਜਿਹੀਆਂ ਨਿਕਲ ਕੇ ਸਾਹਮਣੇ ਆਈਆਂ ਸੀ। ਪਰ ਇਦਾਂ ਦੀ ਗੱਲ ਨਹੀਂ ਸੀ। ਕਿਉਂਕਿ ਲਾਲਾ ਲਾਜਪਤ ਰਾਏ ਦੇ ਜੋ ਡਾਂਗਾ ਵਰੀਆਂ ਤਾਂ ਸਕਾਟ ਨੇ ਆਰਡਰ ਕੀਤਾ ਸੀਗਾ ਤੇ ਸਾਡਰਸ ਨੇ ਮਾਰੀਆਂ ਸੀ। ਇਸੇ ਕਰਕੇ ਦੋਨੇ ਹੀ ਬਰਾਬਰ ਦੇ ਜ਼ਿੰਮੇਵਾਰ ਸੀ। ਜਿਹੜਾ ਵੀ ਮਿਲ ਜਾਂਦਾ ਉਹਨਾਂ ਨੇ ਦੋਨਾਂ ਨੂੰ ਹੀ ਠੋਕ ਦੇਣਾ ਸੀ। ਪਰ ਉਦਣ ਧਿਆਪੂਰ ਗਏ ਸੀਗੇ ਵੀ ਆਪਾਂ ਸਾਡਰਸ ਨੂੰ ਮਾਰਨਾ, ਉਸ ਦੇ ਲਈ ਪੂਰੀ ਪਲੈਨਿੰਗ ਕੀਤੀ ਗਈ ਸੀਗੀ। ਦਰਸ਼ਕੋ ਸਾਡਰਸ ਨੂੰ ਮਾਰਨ ਦੇ ਲਈ ਨਾ DAV ਕਾਲਜ ਦੇ ਸਾਹਮਣੇ ਜਿਹੜਾ ਪੁਲਿਸ ਸਟੇਸ਼ਨ ਬਣਿਆ ਸੀ ਉਹ ਥਾਂ ਰੱਖੀ ਗਈ ਸੀ। ਮਤਲਬ 2-4 ਦਿਨ ਪਹਿਲਾਂ ਹੀ ਮਤਲਬ ਗੇੜੇ ਗੋੜੇ ਦੇ ਕੇ ਸਭ ਨੇ ਡਿਊਟੀਆਂ ਲੈ ਲਈਆਂ ਸੀ ਵੀ ਜੈਗੋਪਾਲ ਕਿੱਥੇ ਖੜੂਗਾ, ਚੰਦਰ ਸ਼ੇਖਰ ਆਜ਼ਾਦ ਕਿੱਥੇ ਖੜੂਗਾ, ਵੀ ਭਗਤ ਸਿੰਘ ਦੀ ਡਿਊਟੀ ਕਿੱਥੇ ਹੋਊਗੀ, ਰਾਜਗੁਰੂ ਦੀ ਕਿੱਥੇ ਹੋਊਗੀ। ਸਾਰੇ ਥਾਂ ਨਿਸ਼ਚਿਤ ਕਰ ਲਏ ਗਏ ਸੀਗੇ ਵੀ ਕਦੋਂ ਕਿਹਨੇ ਗੋਲੀ ਮਾਰਨੀ ਆ, ਜੇ ਉਹ ਤੋਂ ਖੁੰਝ ਗਈ ਤਾਂ ਉਦੋਂ ਬਾਅਦ ਕਿਹਨੇ ਗੋਲੀ ਮਾਰਨੀ ਆ। ਇਹ ਸਾਰੀਆਂ ਗੱਲਾਂ ਪਹਿਲਾਂ ਹੋ ਚੁੱਕੀਆਂ ਸੀਗੀਆਂ, 2-4 ਦਿਨ ਪਹਿਲਾਂ ਪਲੈਨਿੰਗ ਕਰ ਲਈ ਗਈ ਸੀਗੀ। ਰਾਜਗੁਰੂ ਵੀ ਥਾਂ ਦੇਖ ਚੁੱਕਿਆ ਸੀ। ਉਹ ਰਿਵਾਲਵਰ ਲੈ ਕੇ ਆਰਾਮ ਨਾਲ ਪੁਲਿਸ ਦੇ ਦਫ਼ਤਰ ਵੱਲ ਤੁਰਿਆ ਫਿਰਦਾ ਸੀ ਵੀ ਕੋਈ ਕਿਤੇ ਸ਼ੱਕ ਨਾ ਕਰ ਲੇ। ਇਸ ਤੋਂ ਬਾਅਦ ਚੰਦਰ ਸ਼ੇਖਰ ਆਜ਼ਾਦ ਤੇ ਭਗਤ ਸਿੰਘ ਨੇ ਸਾਈਕਲ ਉੱਪਰ ਆਏ ਸੀ। 2 ਦਿਨ ਪਹਿਲਾਂ ਜਗ੍ਹਾ ਦੀ ਪਰਖ ਕਰਕੇ ਇਹ ਤੈਅ ਕਰ ਲਿਆ ਗਿਆ ਸੀ ਕੌਣ ਕਿੱਥੇ ਖੜੇਗਾ ਤੇ ਮੁਕਾਬਲਾ ਕਿੱਥੇ ਹੋਊਗਾ। ਜਦੋਂ ਮੋਟਰਸਾਈਕਲ ਪੁਲਿਸ ਦਫ਼ਤਰ ਤੋਂ ਬਾਹਰ ਨਿਕਲੇਗਾ ਤਾਂ ਉਹ ਭਗਤ ਸਿੰਘ, ਰਾਜਗੁਰੂ, ਸਾਡਰਸ ਠੀਕ ਸਮੇਂ ਗੋਲੀ ਚਲਾਉਣਗੇ। ਉੱਥੇ ਨੇੜੇ ਹੀ ਜੈਗੋਪਾਲ ਵਿਗੜ ਗਏ ਸਾਈਕਲ ਨੂੰ ਠੀਕ ਕਰਨ ਦਾ ਬਹਾਨਾ ਕਰੀ ਜਾਂਦਾ ਸੀ ਵੀ ਜਿਵੇਂ ਸਾਈਕਲ ਖਰਾਬ ਹੋ ਗਿਆ ਹੋਵੇ। ਇਹ ਤਾਂ ਰੱਖਿਆ ਸੀਗਾ ਵੀ ਮੰਨ ਲਓ ਜੇ ਕਿਤੇ ਮੌਕੇ 'ਤੇ ਫਾਇਰ ਨਾ ਹੋਇਆ ਤਾਂ ਉਦੋਂ ਬਾਅਦ ਭਗਤ ਸਿੰਘ ਸਾਈਕਲ 'ਤੇ ਬਹਿ ਕੇ ਉਹ ਆਪਣਾ ਫਾਇਰ ਕਰੂਗਾ, ਸਾਈਕਲ 'ਤੇ ਸਵਾਰ ਹੋਊਗਾ ਤਾਂ ਪਿੱਛਾ ਕਰਕੇ ਫਾਇਰ ਕਰੂਗਾ। ਪਰ ਉਸ ਤੋਂ ਬਾਅਦ ਕੀ ਰਾਜਗੁਰੂ ਨੇ ਸਭ ਤੋਂ ਪਹਿਲੀ ਗੋਲੀ ਮਾਰੀ ਸੀਗੀ। ਤੇ ਜਿਹੜਾ ਚੰਦਰ ਸ਼ੇਖਰ ਆਜ਼ਾਦ ਸੀ ਉਹ ਦੂਜੇ ਪਾਸੇ ਖੜਾ ਸੀਗਾ। ਮਤਲਬ ਵੀ ਜਦੋਂ ਦੋਨੇ ਰਾਜਗੁਰੂ ਤੇ ਭਗਤ ਸਿੰਘ ਗੋਲੀ ਮਾਰ ਕੇ ਬਾਹਰ ਨਿਕਲਣ ਤਾਂ ਮੈਂ ਉਹਨਾਂ ਨੂੰ ਬੈਕਅਪ ਵਜੋਂ ਭੱਜਣ ਨੂੰ, ਫਰਾਰ ਕਰਨ ਦਾ ਮੌਕਾ ਦੇਵਾਂਗਾ। ਅਗਰ ਪੁੱਛਾ ਕਰੂਗੀ ਪੁਲਿਸ ਤਾਂ ਮੈਂ ਉਦੋਂ ਗੋਲੀ ਮਾਰ ਦੂੰਗਾ। ਮਤਲਬ ਇਹ ਚੰਦਰ ਸ਼ੇਖਰ ਆਜ਼ਾਦ ਨੇ ਉਸ ਸਮੇਂ ਧਾਰ ਕੇ ਗੱਲ ਰੱਖੀ ਹੋਈ ਸੀਗੀ। ਦਰਸ਼ਕੋ ਜੈਗੋਪਾਲ ਨੇ ਇਸ਼ਾਰਾ ਕਰਤਾ ਸੀਗਾ ਵੀ ਹੁਣ ਕਹਿੰਦੇ ਉਹ ਸਾਡਰਸ ਆ ਰਿਹਾ ਮੋਟਰਸਾਈਕਲ ਤੇ ਉਹ ਹੌਲੀ ਆ ਰਿਹਾ ਸੀਗਾ। ਉਸੇ ਵਕਤ ਹੀ ਫਿਰ ਰਾਜਗੁਰੂ ਨੇ ਛਾਲ ਮਾਰ ਕੇ ਫਾਇਰ ਕਰਤਾ ਸੀ। ਪਹਿਲੀ ਗੋਲੀ ਰਾਜਗੁਰੂ ਨੇ ਮਾਰੀ ਸੀ। ਤਾਂ ਉਸ ਤੋਂ ਬਾਅਦ ਸ਼ੱਕ ਦੂਰ ਕਰਨ ਲਈ ਵੀ ਸਾਡਰਸ ਮਰਿਆ ਕਿ ਬਚਿਆ, 5-7 ਫਾਇਰ ਫਿਰ ਭਗਤ ਸਿੰਘ ਨੇ ਵੀ ਜੜਤੇ ਸੀਗੇ ਮਗਰ ਹੀ। ਉਸ ਤੋਂ ਬਾਅਦ
ਆਹ ਜਿਹੜਾ ਪੁਲਿਸ ਥਾਣੇ ਦੇ ਵਿੱਚ 2 ਸਿਪਾਹੀ ਭੱਜ ਕੇ ਆਏ ਤਾਂ ਇੱਕ ਇੰਸਪੈਕਟਰ ਫਰਨ ਸੀ, ਉਹਨੇ ਪਿੱਛਾ ਕੀਤਾ ਤੇ ਭਗਤ ਸਿੰਘ ਨੇ ਉਹਦੇ ਤੇ ਵੀ ਗੋਲੀ ਚਲਾਈ। ਜਦੋਂ ਗੋਲੀ ਚਲਾਈ ਫਰਨ ਤਾਂ ਬਚ ਗਿਆ, ਜਿਹੜੇ 2 ਸੀਗੇ ਉਹ ਸਹਿਮ ਕੇ ਫਰਾਰ ਹੋ ਗਏ, ਜਿਹੜੇ ਸਿਪਾਹੀ ਸੀ 2। ਤਾਂ ਉਸ ਤੋਂ ਬਾਅਦ ਫਿਰ ਚੰਦਰ ਸ਼ੇਖਰ ਆਜ਼ਾਦ ਨੇ ਮੌਕਾ ਸੰਭਾਲਿਆ ਸੀ। ਉਹਨਾਂ ਵੇਲਿਆਂ 'ਚ ਇੱਕ ਚੰਦਨ ਸਿੰਘ ਹੈੱਡ ਕਾਂਸਟੇਬਲ ਹੁੰਦਾ ਸੀ, ਉਹ ਫਿਰ ਆਇਆ, ਉਹਨੇ ਗਾਲਾਂ ਕੱਢਣ ਲੱਗ ਗਿਆ ਤੇ ਉਹਨੇ ਰਿਵਾਲਵਰ ਦਿਖਾ ਕੇ ਮੌਜਰ ਹੁੰਦਾ ਸੀ ਉਹਦੇ ਕੋਲੇ, ਆਪਣਾ ਚੰਦਰ ਸ਼ੇਖਰ ਆਜ਼ਾਦ ਕੋਲੇ, ਉਹਦੇ ਕੋਲ ਮੈਗਜ਼ੀਨ ਇਕੱਠੇ 10 ਚੜ੍ਹਦੇ ਹੁੰਦੇ ਸੀ। ਜਦੋਂ ਮੌਜਰ ਪਿਸਤੌਲ ਦਿਖਾਇਆ ਤਾਂ ਉਹ ਨਹੀਂ ਮੰਨਿਆ, ਉਹਨੇ ਫਿਰ ਕਦੇ ਚੰਦਨ ਸਿੰਘ ਨੂੰ ਵੀ ਲੱਦ ਕੇ ਸੱਟਤਾ ਸੀ, ਚੱਲ ਵੀ ਭਾਈ ਤੂੰ ਵੀ ਪਾਰ ਚੱਲ। ਮਤਲਬ ਇਸ ਤਰੀਕੇ ਦੇ ਨਾਲ ਫਿਰ ਰਾਜਗੁਰੂ ਤੇ ਭਗਤ ਸਿੰਘ ਫਰਾਰ ਹੋ ਗਏ ਸੀ ਆਖਰ ਦੇ ਵਿੱਚ, ਤੇ ਸਾਰੇ ਉਸ ਸਮੇਂ ਫਿਰ ਲਾਹੌਰੋਂ ਨਿਕਲਣ ਦੀਆਂ ਤਿਆਰੀਆਂ ਕਰਨ ਲੱਗ ਪਏ ਸੀ। ਦਰਸ਼ਕੋ, ਜਦੋਂ ਫਿਰ ਸਾਂਡਰਸ ਮਾਰਤਾ ਸੀ ਤੇ ਲਾਹੌਰ ਚੋਂ ਨਿਕਲਣਾ ਇੱਕ ਵੱਡੀ ਗੱਲ ਸੀ। ਉਸ ਸਮੇਂ ਫਿਰ ਭਗਵਤੀ ਚਰਨ ਦੀ ਜਿਹੜੀ ਘਰ ਵਾਲੀ ਸੀ ਦੁਰਗਾ ਭਾਬੀ, ਜਿਹਨੂੰ ਕਿਹਾ ਜਾਂਦਾ ਸੀ, ਉਹ ਫਿਰ ਮੇਮ ਸਾਹਿਬ ਬਣੀ। ਭਗਤ ਸਿੰਘ ਲੰਮਾ ਕੋਟ ਪਾ ਕੇ ਉਹਦੇ ਨਾਲ ਗਿਆ ਤੇ ਰਾਜਗੁਰੂ ਨੌਕਰ ਵਜੋਂ, ਤੇ ਨਾਲ ਜਿਹੜਾ ਭਗਵਤੀ ਚਰਨ ਦਾ ਮੁੰਡਾ ਸੀਗਾ ਸੱਚੀ, ਉਹ ਨਾਲ ਚੱਕਿਆ ਹੋਇਆ ਸੀ ਦੁਰਗਾ ਭਾਬੀ ਨੇ। ਮਤਲਬ 3-4 ਜਣੇ ਰਵਾਨਾ ਹੋਣ ਲਈ ਤੇ ਲਾਹੌਰੋਂ ਨਿਕਲ ਪਏ ਸੀ ਟ੍ਰੇਨ ਦੇ ਉੱਤੇ। ਮਤਲਬ 5 ਵਜੇ ਸਵੇਰੇ ਨਿਕਲਣਾ ਪਲਾਨ ਕਰ ਲਿਆ ਸੀ ਤੇ ਆਖਰ ਤੇ ਕਲਕੱਤੇ ਚਲੇ ਗਏ ਸੀ ਇਹ। ਮਤਲਬ ਜੇ ਭਗਤ ਸਿੰਘ ਤੇ ਰਾਜਗੁਰੂ, ਇਹਨਾਂ ਦੋਨਾਂ ਦੇ ਲੱਕ ਦੇ ਨਾਲ ਰਿਵਾਲਵਰ ਵੀ ਰੱਖੇ ਹੋਏ ਸੀ। ਮਤਲਬ ਜੇ ਕੋਈ ਮੁਕਾਬਲਾ ਹੋ ਜਾਂਦਾ ਤਾਂ ਹੋ ਸਕਦਾ ਉੱਥੇ ਗੋਲੀ ਵੀ ਚੱਲਦੀ ਪੂਰੀ, ਤੇ ਪਰ ਉੱਥੋਂ ਸਹੀ ਤਰੀਕੇ ਨਾਲ ਨਿਕਲ ਗਏ ਸੀਗੇ। ਉਸ ਤੋਂ ਬਾਅਦ ਦਰਸ਼ਕੋ, ਗੱਲ ਹੋਣੀ ਹੈ ਹੁਣ ਅਸੈਂਬਲੀ 'ਚ ਬੰਬ ਸੁੱਟਣ ਦੀ। ਇਹ ਗੱਲ ਸੀ 8 ਅਪ੍ਰੈਲ 1929 ਦੀ। ਵਿਧਾਨ ਸਭਾ ਦੇ ਵਿੱਚ ਹਿੰਦੁਸਤਾਨੀ ਲੋਕਾਂ ਦੇ ਵਿਰੋਧ ਦੇ ਬਾਵਜੂਦ ਵੀ ਪਬਲਿਕ ਸੇਫਟੀ ਤੇ ਉਦਯੋਗਿਕ ਵਿਵਾਦ, ਇਹਨਾਂ ਬਿੱਲਾਂ ਨੂੰ ਵਾਇਸਰਾਏ ਦੀ ਵਿਸ਼ੇਸ਼ ਮਾਨਤਾ ਨਾਲ ਕਾਨੂੰਨ ਬਣਾ ਕੇ ਪੇਸ਼ ਕਰਨ ਦੀ ਘੋਸ਼ਣਾ ਕੀਤੀ ਜਾਣੀ ਸੀਗੀ। ਤੇ ਇਸ ਸਮੇਂ ਫਿਰ ਭਗਤ ਸਿੰਘ, ਬੀਕੇ ਦੱਤ, ਜੈਦੇਵ ਕਪੂਰ ਆਪਣੀਆਂ ਥਾਵਾਂ ਤੇ ਬਹਿ ਗਏ ਸੀ, ਮਤਲਬ ਕਿ ਜਮਾਂ ਹੀ ਸਰਕਾਰ ਦੇ ਮੈਂਬਰਾਂ ਦੇ ਸਾਹਮਣੇ। ਇਸ ਸਮੇਂ ਉੱਥੇ ਭਵਨ ਦੇ ਵਿੱਚ ਪੰਡਿਤ ਮੋਤੀ ਲਾਲ ਨਹਿਰੂ, ਬਿੱਠਲ ਭਾਈ ਪਟੇਲ ਤੇ ਮੁਹੰਮਦ ਅਲੀ ਜਿਨਾਹ ਹੋਣੀ, ਇਹ ਵੀ ਅੰਦਰ ਹੀ ਬੈਠੇ ਸੀ। ਤੇ ਜਦੋਂ ਹੀ ਫਿਰ ਜਾਨ ਸ਼ੂਟਰ ਨੇ ਇਹ ਐਲਾਨ ਕੀਤਾ ਕਿ ਪਬਲਿਕ ਸੇਫਟੀ ਬਿੱਲ ਤੇ ਉਦਯੋਗਿਕ ਵਿਵਾਦ ਬਿੱਲ ਵਿਧਾਨ ਸਭਾ 'ਚ ਬਹੁਮਤ ਨਾਲ ਰੱਦ ਹੋਣ ਦੇ ਬਾਵਜੂਦ ਵਾਇਸਰਾਏ ਦੀ ਵਿਸ਼ੇਸ਼ ਆਗਿਆ ਨਾਲ ਕਾਨੂੰਨ ਬਣਾ ਦਿੱਤੇ ਗਏ, ਤਾਂ ਉਸੇ ਵਕਤ ਫਿਰ ਭਗਤ ਸਿੰਘ ਨੇ ਬੰਬ ਸਰ ਜਾਨ ਸ਼ੂਸਟਰ ਦੇ ਪਿੱਛੇ ਸੁੱਟ ਦਿੱਤਾ ਸੀ। ਕਿਉਂਕਿ ਵਿਸਫੋਟ ਦੇ ਨਾਲ ਸਾਰੇ ਹੈਰਾਨ ਹੋ ਗਏ ਸੀ ਉਸ ਸਮੇਂ ਵੀ ਇਹ ਕੀ ਗੱਲ ਵਾਪਰੀ। ਕਿਉਂਕਿ ਭਗਤ ਸਿੰਘ ਹੁਣਾਂ ਦਾ ਇਰਾਦਾ ਕਿਸੇ ਨੂੰ ਜਾਨੀ ਨੁਕਸਾਨ ਪਹੁੰਚਾਉਣਾ ਨਹੀਂ ਸੀ। ਉਹਨਾਂ ਦਾ ਇੱਕੋ ਇਰਾਦਾ ਸੀ ਕਿ ਆਪਾਂ ਗ੍ਰਿਫਤਾਰੀ ਦੇਣੀ ਆ, ਆਪਣੀ ਗੱਲ ਵਧੀਆ ਤਰੀਕੇ ਨਾਲ ਸਾਰਿਆਂ ਦੇ ਸਾਹਮਣੇ ਪੇਸ਼ ਕਰਨੀ ਆ। ਇਸੇ ਤਰੀਕੇ ਨਾਲ ਕਿਸੇ ਦੀ ਜਾਨ ਲੈਣ ਦੇ ਮਕਸਦ ਨਾਲ ਇਹ ਬੰਬ ਨਹੀਂ ਸੀ ਸੁੱਟਿਆ ਗਿਆ। ਇਸ ਤੋਂ ਬਾਅਦ ਦੇ ਵਿੱਚ ਦੱਤ ਨੇ ਵੀ ਉਸੇ ਥਾਂ ਤੇ ਬੰਬ ਸੁੱਟਿਆ। ਸਾਰੇ ਦਰਸ਼ਕ ਡਰ ਕੇ ਭੱਜਣ ਲੱਗੇ। ਭਗਤ ਸਿੰਘ ਨੇ 2 ਗੋਲੀਆਂ ਵੀ ਚਲਾਈਆਂ। ਜਦੋਂ ਗੋਲੀਆਂ ਚਲਾਈਆਂ ਤਾਂ ਜਿਹੜੇ ਸੀ ਪਾਸੇ ਖੜੇ ਲੋਕ ਉਹ ਡੈਸਕਾਂ ਦੇ ਥੱਲੇ ਲੁਕ ਗਏ ਸੀਗੇ। ਇਸ ਸਮੇਂ ਭਗਤ ਸਿੰਘ ਹੁਣੀ ਚਾਹੁੰਦੇ ਤਾਂ ਭੱਜ ਸਕਦੇ ਸੀ, ਕਿਉਂਕਿ ਉਹ ਭਗਤ ਸਿੰਘ ਦੇ ਕੋਲੇ 8-10 ਗੋਲੀਆਂ ਬਾਕੀ ਬਚੀਆਂ ਹੋਈਆਂ ਸੀ। ਤਾਂ ਉਹ ਫਿਰ ਆਖਰ ਤੇ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਾਉਂਦੇ ਹੋਏ ਘੋਸ਼ਣਾ ਪੱਤਰ ਸੁੱਟੇ। ਉਹਨੇ ਲਾਲ ਰੰਗ ਦੇ ਸੀ ਉਸ ਸਮੇਂ, ਉਹ ਸਾਰੇ ਅੰਗਰੇਜ਼ੀ ਜ਼ੁਬਾਨ 'ਚ ਛਪੇ ਹੋਏ ਸੀ। ਇਹ ਸਾਰੇ ਫਿਰ ਉੱਥੇ ਵਿਧਾਨ ਸਭਾ 'ਚ ਸੁੱਟੇ। ਇਸ ਸਮੇਂ ਇਹ ਗੱਲ ਕੀ ਸੀ ਕਿ ਉਹਦੇ ਵਿੱਚ ਲਿਖਿਆ ਕੀ ਸੀ ਕਿ ਅੰਗਰੇਜ਼ਾਂ ਦੀ ਦਮਨਕਾਰੀ ਨੀਤੀ ਦਾ ਵਿਰੋਧ, ਉਹਦੇ ਖਿਲਾਫ ਗੱਲਾਂ ਲਿਖੀਆਂ ਹੋਈਆਂ ਸੀਗੀਆਂ। ਅਸੈਂਬਲੀ ਬੰਬ ਕਾਂਡ ਵਿੱਚ ਜੋ ਬੰਬ ਇਸਤੇਮਾਲ ਕੀਤੇ ਗਏ ਸੀ, ਉਹ ਸਾਰਾ ਮਸਾਲਾ ਜਨਵਰੀ 1929 'ਚ ਆਗਰੇ 'ਚ ਤਿਆਰ ਕੀਤਾ ਗਿਆ ਸੀਗਾ। ਆਖਰ ਤੇ ਭਗਤ ਸਿੰਘ ਤੇ ਬੀਕੇ ਦੱਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀਗਾ ਤੇ ਉਹਨਾਂ ਨੂੰ ਫਿਰ ਕਦੇ ਅੱਡ-ਅੱਡ ਗੱਡੀਆਂ 'ਚ ਬਿਠਾ ਕੇ ਨਵੀਂ ਦਿੱਲੀ ਥਾਣੇ ਵੱਲ ਲੈ ਗਏ ਸੀਗੇ। ਤੇ ਉਸ ਤੋਂ ਬਾਅਦ ਇਸ ਵਿਸਫੋਟ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖਤਾ ਸੀ। ਦਰਸ਼ਕੋ, ਜਦੋਂ ਭਗਤ ਸਿੰਘ ਦੀ ਗ੍ਰਿਫਤਾਰੀ ਹੋ ਗਈ ਸੀ ਤਾਂ ਭਗਤ ਸਿੰਘ ਨੂੰ ਛਡਾਉਣ ਦੇ ਲਈ ਵੀ, ਜੇਲ੍ਹ 'ਚੋਂ ਫਰਾਰ ਕਰਨ ਲਈ ਵੀ ਬਹੁਤ ਸਾਰੇ ਯਤਨ ਚੱਲੇ, ਜਿਨ੍ਹਾਂ ਵਿੱਚ ਭਗਵਤੀ ਚਰਨ ਦਾ ਬਹੁਤ ਵੱਡਾ ਰੋਲ ਸੀਗਾ। ਸਾਰੀ ਪਲਾਨ ਕੀਤਾ ਗਿਆ ਵੀ ਕਦੋਂ ਹਮਲਾ ਕਰਨਾ ਵਾ, ਕਿੱਥੋਂ ਛਡਾਉਣਾ ਵਾ, ਕਿਹੜੀ ਅਦਾਲਤ 'ਚੋਂ ਕੱਢਣਾ ਵਾ। ਪਰ ਜਦੋਂ ਆਖਰੀ ਤਰੀਕ ਨਿਸ਼ਚਿਤ ਕਰ ਲਈ ਗਈ ਤਾਂ ਭਗਤ ਸਿੰਘ ਤੇ ਭਗਵਤੀ ਚਰਨ ਨੇ ਸੋਚਿਆ ਵੀ ਆਪਾਂ ਬੰਬ ਦਾ ਚੈੱਕ ਕਰ ਲਈਏ, ਕਿਉਂਕਿ ਖੋਲ ਵਗੈਰਾ ਸਾਰੇ ਬਣ ਗਏ ਸੀਗੇ। ਬੰਬ ਚੈੱਕ ਕਰਨ ਦੇ ਲਈ ਭਗਵਤੀ ਚਰਨ ਰਾਵੀ ਦਰਿਆ ਦੇ ਕਿਨਾਰੇ ਜੰਗਲ 'ਚ ਚਲੇ ਗਿਆ। ਉੱਥੇ ਜਦੋਂ ਬੰਬ ਚਲਾਉਣ ਲੱਗੇ, ਕੁਦਰਤੀ ਉਹਦਾ ਢਿੱਲਾ ਰਹਿ ਗਿਆ ਟਰੈਗਰ ਜਿਹਾ, ਤੋਂ ਹੱਥ 'ਚ ਹੀ ਚੱਲ ਗਿਆ ਸੀਗਾ। ਤੇ ਫਿਰ ਜਦੋਂ ਹੱਥ 'ਚ ਚੱਲ ਗਿਆ, ਉਹ ਫਿਰ ਜੰਗਲ ਦੇ ਵਿੱਚ ਫੱਟੜ ਹੋ ਗਿਆ, ਬਾਹਾਂ ਕੱਟੀਆਂ ਗਈਆਂ, ਪਸਲੀਆਂ 'ਚੋਂ ਸਾਰੇ ਪਾਸੇ ਖੂਨ ਹੀ ਖੂਨ ਵਹਿ ਤੁਰਿਆ ਸੀਗਾ। ਤੇ ਉੱਥੋਂ ਫਿਰ ਨਾਲ ਸਾਥੀ ਸੀਗਾ ਸੁਖਦੇਵ ਰਾਜ, ਉਹ ਫਿਰ ਭੱਜ ਕੇ ਆਇਆ ਆਪਦੇ ਸਾਥੀਆਂ ਕੋਲ, ਜਸ਼ਪਾਲ ਦੇ ਕੋਲੇ, ਵੀ ਭਾਈ ਗੱਲ ਉੱਥੇ ਆ ਹੋ ਗਈ। ਤੇ ਉਹਦਾ ਵੀ ਨੁਕਸਾਨ ਹੋ ਗਿਆ ਸੀ, ਆਪਣਾ ਰਕਸ਼ੇ ਦੇ ਵਿੱਚੋਂ ਜ਼ਖਮੀ ਹਾਲਤ 'ਤੇ ਉਤਰ ਕੇ ਆਇਆ ਸੀ, ਤਾਂਗੇ ਹੁੰਦੇ ਸੀ ਉਦੋਂ। ਤਾਂ ਉਦੋਂ ਬਾਅਦ ਵਿੱਚ ਉਹਨੇ ਜਸ਼ਪਾਲ ਹੋਣੀ ਸਾਰੇ ਉੱਥੇ ਗਏ, ਦੇਖਿਆ ਵੀ ਭਗਵਤੀ ਚਰਨ ਦੇ ਕੁਛ ਵੀ ਨਹੀਂ ਸੀ ਪੱਲੇ, ਤੇ ਉਹ ਭਗਵਤੀ ਚਰਨ ਆਖਰੀ ਸਾਹਾਂ 'ਤੇ ਹੀ ਸੀਗਾ। ਤੇ ਉਹਨੇ ਆਖਿਆ ਵੀ ਕਾਸ਼ ਜੇ ਕਿਤੇ ਮੇਰੇ ਕੋਲ ਹੱਥ ਪੈਰ ਸਲਾਮਤ ਹੁੰਦੇ ਤਾਂ ਮੇਰੇ ਹੱਥ 'ਚ ਰਿਵਾਲਵਰ ਹੁੰਦਾ ਤੇ ਤੁਸੀਂ ਪੁਲਿਸ ਨੂੰ ਕਰ ਦਿੰਦੇ ਇਤਲਾਹ, ਤਾਂ ਫਿਰ ਦੇਖਦੇ ਕੀ ਬਣਦਾ। ਵੀ ਘੱਟੋ ਘੱਟ ਮੈਂ ਜਾਂਦਾ
2-4 ਅਫਸਰ ਤਾਂ ਮਾਰ ਕੇ ਜਾਂਦਾ। ਤੇ ਉਸ ਤੋਂ ਬਾਅਦ ਦੱਸਦੇ ਵੀ ਇੱਕ ਉਹਦੇ ਭਗਵਤੀ ਚਰਨ ਦੇ ਦਿਲ 'ਚ ਇਹ ਵੀ ਗਿਲਾ ਰਿਹਾ ਵੀ ਮੈਂ ਭਗਤ ਸਿੰਘ ਨੂੰ ਰਿਹਾ ਨਹੀਂ ਕਰਾ ਪਾਇਆ, ਵੀ ਕਾਸ਼ ਮੇਰੀ ਮੌਤ 2 ਦਿਨ ਲੇਟ ਹੋ ਜਾਂਦੀ ਤਾਂ ਮੈਂ ਭਗਤ ਸਿੰਘ ਨੂੰ ਰਿਹਾ ਕਰਾ ਪਾਉਂਦਾ। ਮਤਲਬ ਇਹ ਦਰਦ ਸੀ ਉਹਦੇ ਸੀਨੇ 'ਚ। ਪਰ ਉਹ ਜਾਂਦਾ ਜਾਂਦਾ ਇਹ ਵੀ ਗੱਲ ਕਹਿ ਗਿਆ ਵੀ ਤੁਹਾਨੂੰ ਭਗਤ ਸਿੰਘ ਨੂੰ ਰਿਹਾ ਕਰਨ ਦਾ ਕੰਮ ਰੁਕਣਾ ਨਹੀਂ ਚਾਹੀਦਾ ਕਿਸੇ ਵੀ ਹਾਲਤ 'ਚ। ਉਦੋਂ ਹਾਲਾਤ ਬਹੁਤ ਵਿਗੜ ਚੁੱਕੇ ਸੀ। ਫਿਰ ਉਦੋਂ ਕੀ ਕੀਤਾ ਕਿ ਜਦੋਂ ਗੁਰਦੇ ਦੇ ਵਿੱਚ ਬੰਬ ਦੇ ਕੁਝ ਟੁਕੜੇ ਚਲੇ ਗਏ ਸੀ ਤਾਂ ਆਖਰ 'ਤੇ ਫਿਰ ਉਹਨੂੰ ਜੰਗਲ ਦੇ ਵਿੱਚ ਹੀ ਉੱਥੇ ਰੱਖਿਆ ਗਿਆ, ਚਿੱਟਾ ਕੱਪੜਾ ਪਾਇਆ ਗਿਆ। ਤਾਂ ਮੋਢੇ 'ਤੇ ਚੱਕਣ ਦੀ ਵੀ ਕੋਸ਼ਿਸ਼ ਕੀਤੀ ਗਈ ਜਦੋਂ ਜਿਉਂਦਾ ਸੀ, ਪਰ ਉਹ ਦਰਦ ਨਾਲ ਇੰਨਾ ਬੁਰਾ ਹਾਲ ਸੀ ਕਿ ਲਿਜਾਇਆ ਵੀ ਕਿਤੇ ਨਹੀਂ ਸੀ ਜਾ ਸਕਦਾ। ਤਾਂ ਭਗਵਤੀ ਚਰਨ ਨੇ ਆਖਿਆ ਵੀ ਜਸ਼ਪਾਲ ਨੇ ਆਖਿਆ ਕਿ ਮੈਂ ਮੰਜਾ ਲੈ ਕੇ ਆਉਣਾ ਵੀ ਉਹ 'ਚ ਲੱਦ ਕੇ ਲੈ ਜਾਂਦੇ ਆ। ਉਦੋਂ ਭਗਵਤੀ ਚਰਨ ਨੇ ਆਖਿਆ ਯਾਰ ਵੀ ਹੁਣ ਗੱਲ ਬਿਤੋਂ ਬਾਹਰ ਹੋ ਗਈ, ਹੁਣ ਮੇਰਾ ਬਚਣਾ ਮੁਸ਼ਕਿਲ ਆ, ਵੀ ਤੁਸੀਂ ਮੈਨੂੰ ਛੱਡ ਦਿਓ। ਤਾਂ ਉਦੋਂ ਬਾਅਦ ਦੇ ਵਿੱਚ ਅਗਲੇ ਦਿਨ ਭਗਵਤੀ ਚਰਨ ਦੀ ਘਰ ਵਾਲੀ ਦੁਰਗਾ ਭਾਬੀ ਨੂੰ ਲਿਆਂਦਾ ਗਿਆ, ਕਿਉਂਕਿ ਜੰਗਲ 'ਚ ਸੰਸਕਾਰ ਵੀ ਨਹੀਂ ਸੀ ਕਰ ਸਕਦੇ ਸਹੀ ਤਰੀਕੇ ਨਾਲ। ਫਿਰ ਉਦੋਂ ਰਾਵੀ ਦਰਿਆ ਦੇ ਵਿੱਚ ਕਹ ਲਓ ਕਿ ਉਹਨੂੰ ਜਲ ਸਮਾਧੀ ਕੀਤਾ ਗਿਆ, ਮਤਲਬ ਜਲ ਦੇ ਵਿੱਚ ਹੀ ਜਦੋਂ ਕੁਰਬਾਨ ਹੋ ਗਿਆ ਸੀ ਯੋਧਾ ਤਾਂ ਉਦੋਂ ਬਾਅਦ ਜਲ ਦੇ ਵਿੱਚ ਹੀ ਰੋੜ ਦਿੱਤਾ ਗਿਆ ਸੀ ਚਿੱਟਾ ਕੱਪੜਾ ਪਾ ਕੇ, ਨਾਲ ਪੱਥਰ ਬੰਨੇ ਗਏ ਸੀ ਵੀ ਕਿਤੇ ਲਾਸ਼ ਤਰ ਕੇ ਉੱਪਰ ਨਾ ਆ ਜੇ। ਮਤਲਬ ਇਸ ਕਿਸਮ ਦੇ ਦੁੱਖ ਤਕਲੀਫਾਂ ਸਾਡੇ ਯੋਧਿਆਂ ਨੇ ਜਰੇ ਆ। ਪਰ ਜਦੋਂ ਗੱਲ ਆ ਜਾਂਦੀ ਹੈ ਮਹਾਤਮਾ ਗਾਂਧੀ ਦੀ, ਉਹਨੇ ਇਹਨਾਂ ਕ੍ਰਾਂਤੀਕਾਰੀ ਯੋਧਿਆਂ ਨੂੰ ਆਖਿਆ ਸੀ ਕਿ ਇਹ ਕਾਇਰ ਲੋਕ ਨੇ, ਇਹ ਵਿਗੜੇ ਹੋਏ ਲੋਕ ਨੇ। ਮਤਲਬ ਇਹ ਗਾਂਧੀ ਦੀ ਨਜ਼ਰ ਦੇ ਵਿੱਚ ਇਹ ਸਾਰੀਆਂ ਗੱਲਾਂ ਚੰਗੀਆਂ ਨਹੀਂ ਸੀਗੀਆਂ। ਤੇ ਕਿਉਂਕਿ ਹਜ਼ਾਰਾਂ ਹੀ ਕ੍ਰਾਂਤੀਕਾਰੀ ਉਹਨਾਂ ਵੇਲੇ 'ਚ ਸ਼ਹੀਦ ਹੋ ਰਹੇ ਸੀ, ਫੱਟੜ ਹੋ ਰਹੇ ਸੀ, ਪਰ ਮਹਾਤਮਾ ਗਾਂਧੀ ਹੋਣਾ ਦੇ ਉਸ ਸਮੇਂ ਦੇ ਕਿਰਦਾਰ ਨੂੰ ਕੁਝ ਬਹੁਤਾ ਵਧੀਆ ਨਹੀਂ ਗਿਣਿਆ ਜਾ ਸਕਦਾ। ਦਰਸ਼ਕੋ, ਭਗਤ ਸਿੰਘ ਨੂੰ ਫਾਂਸੀ ਦੀ ਸਜ਼ਾ 23 ਮਾਰਚ 1931 ਨੂੰ ਹੋਈ ਸੀ। ਇਹ ਦਿਨ ਨਿਸ਼ਚਿਤ ਕੀਤਾ ਗਿਆ ਸੀ। ਲੋਕ ਵਿਰੋਧ ਨੂੰ ਦੇਖਦੇ ਹੋਏ ਵੀ ਲੋਕਾਂ 'ਚ ਗੁੱਸਾ ਬਹੁਤ ਸੀਗਾ। ਤਾਂ ਉਦੋਂ ਫਿਰ ਸ਼ਾਮ ਨੂੰ ਹੀ ਭਗਤ ਸਿੰਘ ਜਿਹੜੇ 3-4 ਵਜੇ ਹੀ ਬੈਰਕਾਂ ਦੇ ਵਿੱਚ ਲੋਕ ਜਿਹੜੇ ਕੈਦੀ ਸੀ ਡੱਕ ਦਿੱਤੇ ਗਏ, ਮਤਲਬ ਕਿ ਚੁੱਪ ਵਰਤ ਗਈ ਸੀਗੀ। ਤੇ ਉਦੋਂ ਹੀ ਫਿਰ ਭਗਤ ਸਿੰਘ ਹੁਣ ਰਾਜਗੁਰੂ ਸੁਖਦੇਵ ਨੂੰ ਕਿਹਾ ਗਿਆ ਭਾਈ ਇਸ਼ਨਾਨ ਕਰ ਲਓ ਆਪਦਾ। ਤਾਂ ਇਸ਼ਨਾਨ ਕੀਤਾ ਗਿਆ। ਤਾਂ ਸਭ ਤੋਂ ਪਹਿਲਾਂ ਸੁਖਦੇਵ ਨੇ ਨਾਅਰਾ ਲਾਇਆ ਇਨਕਲਾਬ ਜ਼ਿੰਦਾਬਾਦ ਦਾ। ਮਤਲਬ ਕਿ ਲੋਕਾਂ ਦੇ ਵਿੱਚ ਵੀ ਗੱਲ ਫੈਲ ਗਈ ਵੀ ਗੱਲ ਹੁਣ ਵੱਡੀ ਹੋਣ ਵਾਲੀ ਆ, ਮਤਲਬ ਫਾਂਸੀ ਦੀ ਸਜ਼ਾ ਹੋਊਗੀ ਹੁਣ ਇਹਨਾਂ ਨੂੰ। ਤੇ ਉਹਨਾਂ ਵੇਲਿਆਂ ਤੇ ਕਿਉਂਕਿ ਸੁਖਦੇਵ ਨਾਅਰਾ ਕਿਉਂ ਲਾ ਰਿਹਾ ਸੀ, ਕਿਉਂਕਿ ਉਹ ਹੱਥਕੜੀ ਨਹੀਂ ਸੀ ਲਵਾ ਰਿਹਾ। ਤਾਂ ਆਖਰ ਦੇ ਵਿੱਚ ਜਿਹੜਾ ਵਾਰਡਰ ਸੀਗਾ ਚਤਰ ਸਿੰਘ, ਉਹਨੇ ਕਿਹਾ ਭਗਤ ਸਿੰਘ ਨੂੰ ਬਈ ਸਾਨੂੰ ਸਾਡੇ ਤੇ ਰਹਿਮ ਕਰੋ, ਸਾਡੀ ਨੌਕਰੀ ਦਾ ਸਵਾਲ ਆ ਵੀ ਤੁਸੀਂ ਹੱਥਕੜੀਆਂ ਲਵਾ ਲਓ। ਤਾਂ ਹੱਥਕੜੀਆਂ ਲਾਈਆਂ ਗਈਆਂ, ਤਿੰਨਾਂ ਦੇ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਾਏ ਗਏ। ਤਾਂ ਆਖਰ ਦੇ ਵਿੱਚ ਜੋ ਤਖਤ ਤੇ ਲਿਆਏ ਗਏ ਤਾਂ ਸਾਰੀ ਜੇਲ੍ਹ ਨਾਅਰਿਆਂ ਨਾਲ ਗੂੰਜ ਰਹੀ ਸੀ। ਮਤਲਬ ਇਨਕਲਾਬ ਇਹ ਆਖਦੇ ਸੀ ਤਾਂ ਜ਼ਿੰਦਾਬਾਦ ਦਾ ਨਾਅਰਾ ਕੈਦੀਆਂ ਵੱਲੋਂ ਸੁਣਾਈ ਦਿੰਦਾ ਸੀਗਾ ਸਾਰੇ ਪਾਸੇ। ਤੇ ਆਖਰ ਦੇ ਵਿੱਚ ਭਗਤ ਸਿੰਘ ਰਾਜਗੁਰੂ ਸੁਖਦੇਵ ਨੇ ਆਖਿਆ ਕਿ ਸਾਨੂੰ 2 ਮਿੰਟ ਦਿੱਤੇ ਜਾਣ ਵੀ ਅਸੀਂ ਰੱਜ ਕੇ ਨਾਅਰੇ ਲਾ ਸਕੀਏ। ਤਾਂ ਉਦੋਂ ਨਾਅਰੇ ਲਾਉਣ ਵੀ ਦਿੱਤੇ ਗਏ। ਬਾਅਦ ਦੇ ਵਿੱਚ 7:23 ਤੇ ਸ਼ਾਮ ਨੂੰ ਭਗਤ ਸਿੰਘ ਰਾਜਗੁਰੂ ਸੁਖਦੇਵ ਦਾ ਫਾਂਸੀ ਦਿੱਤੀ ਗਈ, ਤਖਤ ਡਿੱਗਿਆ। ਤੇ ਉਸ ਸਮੇਂ ਉਹ ਸੂਰਮੇ ਮਤਲਬ ਸ਼ਹੀਦ ਹੋ ਚੁੱਕੇ ਸੀ ਇਸ ਦੇਸ਼ ਦੇ ਲਈ। ਤੇ ਆਖਰ ਦੇ ਵਿੱਚ ਉਹਨਾਂ ਦੀਆਂ ਲਾਸ਼ਾਂ ਨੂੰ ਫਿਰੋਜ਼ਪੁਰ ਲੈ ਕੇ ਆਇਆ ਗਿਆ, ਜਿੱਥੇ ਅੱਜ ਕੱਲ੍ਹ ਹੁਸੈਨੀ ਵਾਲਾ ਬਾਰਡਰ ਆਪਾਂ ਕਹਿ ਦਿੰਦੇ ਹਾਂ। ਉੱਥੇ ਉਹਨਾਂ ਦਾ ਸੰਸਕਾਰ ਕੀਤਾ ਗਿਆ। ਉੱਥੇ ਠੀਕ ਹੈ ਕਿ ਸਰਕਾਰੀ ਤੌਰ 'ਤੇ ਜਿਵੇਂ ਸੀਗਾ ਸੰਸਕਾਰ ਕੀਤਾ ਗਿਆ, ਪਰ ਬਹੁਤਾ ਮਾਣ ਸਨਮਾਨ ਨਾਲ ਨਹੀਂ ਕੀਤਾ ਗਿਆ ਸੀਗਾ, ਕਿਉਂਕਿ ਸਰਕਾਰੀ ਕੰਮ ਤੁਹਾਨੂੰ ਪਤਾ ਹੀ ਆ। ਤੇ ਇਸ ਤਰੀਕੇ ਨਾਲ ਆਖਰ 'ਤੇ ਉਹ ਯੋਧੇ ਅਲਵਿਦਾ ਆਖਦੇ ਸੀ ਤੇ ਸਦਾ ਲਈ ਸਾਡੇ ਚੇਤਿਆਂ ਵਿੱਚ ਰਹਿਣਗੇ। ਤੇ ਸਭ ਦਰਸ਼ਕੋ, ਅਗਲੀ ਵਾਰੀ ਹੋਰ ਕੋਈ ਨਵਾਂ ਵਿਸ਼ਾ ਲੈ ਕੇ ਆਪਾਂ ਮਿਲਾਂਗੇ। ਧੰਨਵਾਦ, ਮਿਹਰਬਾਨੀ।